ਪਹਿਲਾਂ ਇਸ ਲਈ ਜਾਂਦਾ ਸੀ ਕਿ ਮੇਰੀ ਬੋਡੀ ਹਲਕੀ ਭਾਰੀ ਹੋ ਜਾਵੇ ਜੀ। ਮੇਰਾ ਭਾਰ ਹੁਣ 38 ਕਿਲੋ ਹੈ, ਇਸ ਤੋਂ 10 ਕਿਲੋ ਵੱਧ ਜਾਵੇ। ਪਹਿਲਾਂ ਬੋਡੀ ਬਿਲਡਿੰਗ ਦਾ ਰੁਝਾਨ ਨਹੀਂ ਸੀ ਮਨ 'ਚ। ਪਹਿਲੇ ਦਿਨ ਹੀ ਜਿਹੜੀ ਰੋਡ ਦਾ ਭਾਰ, ਜਿਹੜੀ ਜਿਮ 'ਚ ਰੋਡ ਯੂਜ਼ ਹੁੰਦੀ ਵੇਟ ਚੁੱਕਣ ਲਈ, ਉਹਦਾ ਭਾਰ ਸੀਗਾ ਕੋਈ ਤਕਰੀਬਨ 8 ਤੋਂ 10 ਕਿਲੋ। ਔਰ ਰੋਡ ਮੇਰੇ ਉੱਪਰ ਹੀ ਡਿੱਗਦੀ ਆ ਅਤੇ ਮੈਂ ਸਾਰਿਆਂ ਲਈ ਮਜ਼ਾਕ ਦਾ ਪਾਤਰ, ਹਾਸੇ ਦਾ ਪਾਤਰ ਬਣ ਜਾਂਦਾ ਹੈ ਕਿ ਤੇਰੇ ਕੋਲ ਕੁਛ ਨਹੀਂ ਹੋਣਾ। ਜਿਹੜੇ ਮੇਰੇ ਸੀਨੀਅਰ ਹੁੰਦੇ ਉਹ ਮੈਨੂੰ ਰੋਜ਼ ਮਜ਼ਾਕ ਬਣਾਉਂਦੇ, ਕਦੀ ਮੇਰੇ ਕੋਲ ਜਿਮ ਦੀਆਂ ਪਲੇਟਾਂ ਚੁਕਵਾਉਂਦੇ, ਕਦੀ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਸਾਡੇ ਲਈ ਪਾਣੀ ਲੈ ਆ, ਖਾਣ ਦੀ ਆਹ ਚੀਜ਼ ਲੈ, ਮਤਲਬ ਮੈਨੂੰ ਇੱਕ ਹੈਲਪਰ ਰੱਖ ਲੈਣੀ। ਘਰ ਦੇ ਹਾਲਾਤ ਠੀਕ ਸੀਗੇ, ਬਹੁਤ ਵਧੀਆ ਵੀ ਨਹੀਂ ਮਾੜੇ ਵੀ ਨਹੀਂ, ਪਰ ਜਦੋਂ ਉਹਨਾਂ ਨੂੰ ਮੈਂ ਡਿਮਾਂਡ ਕਰਦਾ ਸੀ ਮੈਨੂੰ ਬੋਡੀ ਬਿਲਡਿੰਗ 'ਚ ਆਹ ਡਾਈਟ ਚਾਹੀਦੀ, ਜਿਮ ਜਾਣਾ, ਮੈਨੂੰ ਆਹ ਡਾਈਟ ਖਾਣੀ ਆ, ਇੱਦਾਂ ਦੇ ਫੂਡ ਦੱਸਦੇ ਉਹ, ਅਤੇ ਉਹ ਮੈਨੂੰ ਕਹਿੰਦੇ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ। ਕੁਛ ਸਮਾਂ ਅਖਬਾਰਾਂ ਵੀ ਵੰਡੀਆਂ ਅਤੇ ਕੁਛ ਸਮਾਂ ਮੈਂ ਕੋਰੀਅਰ ਸਰਵਿਸ 'ਤੇ ਜਾ ਕੇ ਉਹਨਾਂ ਦੇ ਕੋਰੀਅਰ ਲੈ ਕੇ ਉਹ ਘਰਾਂ 'ਚ ਵੀ ਡਿਲੀਵਰ ਕੀਤੇ। ਮੈਂ ਆਪਣਾ ਰੁਝਾਨ ਇੱਕ ਟੀਚਾ ਮਿਥ ਲਿਆ ਕਿ ਹਰ ਸਾਲ ਮੈਂ ਕੋਈ ਨਾ ਕੋਈ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਸ਼ੋਅ ਆ ਉਹ ਕਰਨਾ ਹੀ ਕਰਨਾ। 2018 ਦਾ ਉਹ ਦਿਨ ਮੇਰੇ ਅੱਜ ਵੀ ਦਿਮਾਗ 'ਚ ਪੂਰੀ, ਹੁਣ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪਿਕਚਰ ਕ੍ਰੀਏਟ ਹੋ ਰਹੀ ਕਿ ਮੈਂ ਉਸ ਤੋਂ ਬਾਅਦ ਮੇਲਾ ਭਰਿਆ ਹੀ ਛੱਡਣਾ ਸੋਚਿਆ ਕਿ ਅੱਜ ਮੇਰਾ ਮੈਡਲ ਆ ਗਿਆ, ਜੋ ਮੈਨੂੰ ਮੁਕਾਮ ਚਾਹੀਦਾ ਸੀ ਉਹ ਮੈਂ ਹਾਸਿਲ ਕਰ ਲਿਆ। ਕਿਉਂਕਿ ਬੋਡੀ ਬਿਲਡਿੰਗ ਇੱਕ ਡਿਸਿਪਲਿਨ ਦੀ ਗੇਮ ਹੈ, ਇੱਕ ਡੈਡੀਕੇਸ਼ਨ ਆ, ਇੱਕ ਰੂਟੀਨ ਆ। ਤੁਹਾਨੂੰ ਹਰ ਚੀਜ਼ ਨੂੰ ਬਕਾਇਦਾ ਬਖੂਬੀ ਨਿਭਾਉਣਾ ਪੈਂਦਾ, ਚਾਹੇ ਉਹ ਤੁਹਾਡੀ ਡਾਈਟ ਹੋਵੇ, ਚਾਹੇ ਤੁਹਾਡਾ ਜਿਮ ਹੋਵੇ, ਅਤੇ ਈਵਨ ਚਾਹੇ ਤੁਹਾਡੇ ਯਾਰ ਦੋਸਤ, ਤੁਹਾਡਾ ਪਰਿਵਾਰ ਵੀ ਹੋਵੇ, ਸਾਰਾ ਕੁਛ ਬੋਡੀ ਬਿਲਡਿੰਗ ਹੀ ਸਿਖਾਉਂਦੀ। ਬਟ ਜੇ ਤੁਸੀਂ ਸਿੱਖਣਾ ਚਾਹੋ ਤਾਂ ਕੱਲ੍ਹ ਮੈਂ ਜਿੰਨੇ ਆਪਾਂ ਜਿਮਿੰਗ ਲਾਈਨ ਦੇ ਵਿੱਚ ਨੌਜਵਾਨ ਦੇਖਦੇ ਹਾਂ ਤਾਂ ਉਹ ਪ੍ਰੋਟੀਨਸ ਲਈ ਐਗਸ ਖਾ ਰਹੇ ਨੇ, ਮੀਟ ਲੈ ਰਹੇ ਨੇ, ਤਾਂ ਤੁਸੀਂ ਤਾਂ ਕਦੀ ਨੋਨ ਵੈਜ ਖਾਧਾ ਹੀ ਨਹੀਂ, ਫਿਰ ਕਿਵੇਂ ਉਸ ਚੀਜ਼ ਨੂੰ ਮੈਨੇਜ ਰਿਕਵਰ ਕਿਵੇਂ ਕਰਦੇ ਰਹੇ? ਬੋਡੀ ਨੂੰ ਪ੍ਰੋਟੀਨ ਸੋਰਸ ਚਾਹੀਦੇ, ਨਾ ਕਿ ਐਗ ਜਾਂ ਚਿਕਨ। ਉਹ ਸਾਡੀ ਆਪਣੀ ਸੋਚ ਹੋ ਗਈ ਕਿ ਸ਼ਾਇਦ ਮੈਂ ਐਗ ਖਾਊਂਗਾ, ਸ਼ਾਇਦ ਮੈਂ ਚਿਕਨ ਖਾਊਂਗਾ, ਮੈਂ ਬਹੁਤ ਵੱਡਾ ਹੋ ਜਾਊਂਗਾ। ਪਰ ਬੋਡੀ ਦੇ ਅੰਦਰ ਜਾ ਕੇ ਤਾਂ ਐਗ ਚਿਕਨ ਦੀ ਕੋਈ ਇੰਪੋਰਟੈਂਸ ਰਹਿ ਨਹੀਂ ਜਾਂਦੀ। ਇਹ ਸਿਰਫ ਇੱਕ ਮਿੱਥ ਬਣਿਆ ਹੋਇਆ ਕਿ ਐਗ ਖਾਣ ਨਾਲ ਜਾਂ ਚਿਕਨ ਖਾਣ ਨਾਲ ਹੀ ਬੋਡੀ ਬਣਨੀ, ਨਹੀਂ। ਬੋਡੀ ਪ੍ਰੋਟੀਨ ਸੋਰਸ ਨਾਲ ਬਣਨੀ ਆ। ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਉਦਾਹਰਨ ਦਿੱਤੀ ਬਾਈਕ ਦੀ, ਕਿ ਬਾਈਕ ਨੂੰ ਚੱਲਣ ਲਈ ਪੈਟਰੋਲ ਚਾਹੀਦਾ, ਕਿਤੇ ਉਹ ਮਰਜ਼ੀ ਦੇ ਦਿਓ। ਇੱਦਾਂ ਸਾਡੀ ਬੋਡੀ ਆ, ਉਹਨੂੰ ਪ੍ਰੋਟੀਨ ਸੋਰਸ ਚਾਹੀਦੇ ਆ। ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਜਾਂ ਤੁਹਾਨੂੰ ਜਿਹੜਾ ਗਾਈਡ ਕਰ ਰਿਹਾ, ਤੁਹਾਡਾ ਅੱਛਾ ਜਿਹੜਾ ਟ੍ਰੇਨਰ ਆ, ਉਹ ਤੁਹਾਨੂੰ ਸੁਜੈਸਟ ਕਰੇ। ਸਟੀਰੋਇਡ ਕੀ ਹੈ, ਮੈਂ ਜਾਣਨਾ ਚਾਹੂੰਗਾ, ਕਿਉਂਕਿ ਉਸਦਾ ਵੀ ਇਸਤੇਮਾਲ ਬਹੁਤ ਜ਼ਿਆਦਾ ਅੱਜ ਕੱਲ੍ਹ ਨੌਜਵਾਨ ਕਰ ਰਹੇ। ਬੋਡੀ ਬਿਲਡਿੰਗ 'ਚ ਜੇ ਅਸੀਂ ਸਟੀਰੋਇਡ ਨੂੰ ਯੂਜ਼ ਕਰਨਾ ਆ, ਤਾਂ ਪਹਿਲੀ ਤਾਂ ਗੱਲ ਅਸੀਂ ਉਹਦੀ ਸਲਾਹ ਨਹੀਂ ਦਿੰਦੇ। ਦੂਸਰੀ ਗੱਲ, ਉਹ ਇੱਕ ਪ੍ਰੋਫੈਸ਼ਨਲ ਲੈਵਲ ਦੀਆਂ ਚੀਜ਼ਾਂ ਆ। ਸਟੀਰੋਇਡ ਯੂਜ਼ ਕਰਨ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਹਾਡੀ ਬੋਡੀ 'ਚ ਜਿਹੜੀ ਡਾਈਟ ਆ ਉਹ ਕਿੰਨੀ ਜਾ ਰਹੀ ਆ। ਡਾਈਟ ਦੇ ਨਾਲ ਤੁਹਾਡੀ ਉਹ ਡਾਈਟ ਨੂੰ ਪਹੁੰਚਾਉਣ ਲਈ ਤੁਸੀਂ ਕਿੰਨਾ ਵਰਕਆਊਟ ਕਰ ਰਹੇ, ਐਕਸਰਸਾਈਜ਼ ਕਿੰਨੀ ਕਰ ਰਹੇ। ਖਤਰਨਾਕ ਇਹ ਓਨਾ ਹੀ ਆ ਕਿ ਜਿੰਨਾ ਇੱਕ ਜ਼ਹਿਰ ਨੂੰ ਲੈ ਲੈਣਾ, ਅਤੇ ਇਹਨੂੰ ਅਸੀਂ ਇੱਕ ਥੋੜ੍ਹਾ ਕਰਕੇ ਜ਼ਹਿਰ ਲੈ ਰਹੇ, ਕਹਿ ਲਓ ਇੱਕ ਮਿੱਠਾ ਜ਼ਹਿਰ ਆ, ਬਟ ਇਹ ਤੁਹਾਡੀਆਂ ਕਿਡਨੀਆਂ, ਤੁਹਾਡੇ ਲੀਵਰ, ਫੇਫੜੇ 'ਤੇ ਇਫੈਕਟ ਪਾ ਸਕਦਾ। ਤੁਸੀਂ ਸਦਾ ਲਈ ਵੀ ਕਿਸੇ ਪ੍ਰੋਬਲਮ 'ਚ ਘਿਰ ਸਕਦੇ ਹੋ। ਹਰ ਗੇਮ ਦੇ ਵਿੱਚ ਨਸ਼ਾ ਆ ਗਿਆ, ਬੋਡੀ ਬਿਲਡਿੰਗ ਦੇ ਵਿੱਚ ਵੀ ਕਹਿੰਦੇ ਨਸ਼ਾ ਹੈਗਾ, ਕਿੰਨੀ ਕੁ ਸੱਚਾਈ ਹੈ ਇਸ ਗੱਲ ਦੀ? ਬੋਡੀ ਬਿਲਡਿੰਗ 'ਤੇ ਜਿਹੜੇ ਕਬੱਡੀ 'ਚ ਯੂਜ਼ ਹੋਣ ਵਾਲੀਆਂ ਚੀਜ਼ਾਂ, ਉਹ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ। ਆਮ ਤੌਰ 'ਤੇ ਕੀ ਯੂਜ਼ ਕਰਦੇ ਜਿਹੜੇ ਕਬੱਡੀ ਦੇ ਪਲੇਅਰ ਜਾਂ ਕੋਈ ਹੋਰ ਗੇਮ ਦੇ ਪਲੇਅਰ, ਉਹ ਕੀ ਯੂਜ਼ ਕਰਦੇ ਆ? ਜਿਹੜੀਆਂ ਚੀਜ਼ਾਂ ਸਪੀਡ ਵਧਾਉਂਦੀਆਂ, ਉਹ ਚੀਜ਼ਾਂ ਬੰਦਿਆਂ ਲਈ ਨਹੀਂ ਬਣੀਆਂ। ਕੋਈ ਡਾਕਟਰ ਕੋਈ ਰეკਮੈਂਡ ਨਹੀਂ ਕਰਦਾ, ਆਪ ਹੀ ਜਿਹੜੇ ਮੁੰਡੇ ਆ ਉਹ ਯੂਜ਼ ਕਰ ਲੈਂਦੇ ਆ। ਐਕਸਰਸਾਈਜ਼ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹ ਸਲਾਹ ਦਊਂਗਾ ਕਿ ਕਾਰਬੋਹਾਈਡਰੇਟ ਜ਼ਰੂਰ ਲਓ। ਕਾਰਬੋਹਾਈਡਰੇਟ 'ਚ ਕੀ ਹੁੰਦਾ ਆ? ਗਲੂਕੋਜ਼ ਹੁੰਦਾ ਹੈ, ਜਿਹੜਾ ਸਾਡੀ ਬੋਡੀ ਨੂੰ ਇਨਸਟੈਂਟ ਐਨਰਜੀ ਦਾ ਮਸਲ ਨੂੰ ਪੰਪ ਕਰਦਾ। ਅਤੇ ਐਕਸਰਸਾਈਜ਼ ਤੋਂ ਹਮੇਸ਼ਾ ਪ੍ਰੋਟੀਨ ਦਾ ਸੋਰਸ ਲਓ। ਬੰਦੇ ਕਹਿੰਦੇ ਕਿ ਮੈਂ ਮੋਟਾ ਹੋਇਆ ਨਾ, ਮੈਂ ਰਾਈਸ ਖਾਣਾ, ਮੈਂ ਆਲੂ ਖਾਣਾ, ਰੋਟੀਆਂ ਖਾਣਾ, ਚੌਲ ਖਾਣਾ, ਮੋਟਾ ਹੈ ਨਾ। ਉਹ ਤੁਸੀਂ ਮੋਟੇ, ਤੁਹਾਡਾ ਪੇਟ ਤਾਂ ਬਾਹਰ ਆਉਂਦਾ, ਸਭ ਤੋਂ ਪਹਿਲਾਂ ਤੁਸੀਂ ਉਹਨੂੰ ਬਰਨ ਨਹੀਂ ਕਰਦੇ, ਉਸ ਖਾਧੀ ਹੋਈ ਡਾਈਟ ਨੂੰ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਇਨਸਾਨ ਨੇ ਜੇ ਕੁਝ ਜ਼ਿੰਦਗੀ ਦੇ ਵਿੱਚ ਕਰਨ ਦਾ ਟੀਚਾ ਮਿਥ ਲਿਆ ਹੋਵੇ ਤਾਂ ਫਿਰ ਉਸਨੂੰ ਕੋਈ ਵੀ ਔਕੜ ਉਸਦੇ ਰਾਹ ਦੇ ਵਿੱਚ ਰੋੜਾ ਨਹੀਂ ਬਣ ਸਕਦੀ। ਅੱਜ ਇਸ ਸ਼ਖਸ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ। ਉਸ ਸ਼ਖਸ ਨੇ ਬਚਪਨ ਤੋਂ ਇੱਕ ਟੀਚਾ ਮਿਥਿਆ ਸੀ ਕਿ ਉਹ ਵੱਡਾ ਹੋ ਕੇ ਜਾਂ ਆਪਣੀ ਲਾਈਫ ਦੇ ਵਿੱਚ ਇੱਕ ਕਾਮਯਾਬ ਬੋਡੀ ਬਿਲਡਰ ਬਣੇਗਾ, ਪਰ ਉਸਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਈਆਂ, ਫਾਈਨੈਂਸ਼ੀਅਲੀ ਦਿੱਕਤਾਂ ਆਈਆਂ, ਇੱਥੋਂ ਤੱਕ ਕਿ ਦੁਕਾਨਾਂ ਦੇ ਉੱਤੇ ਕੰਮ ਤੱਕ ਵੀ ਕਰਨਾ ਪਿਆ, ਦਿਹਾੜੀਆਂ ਕਰਨੀਆਂ ਪਈਆਂ, ਪਰ ਉਸਨੇ ਆਪਣੇ ਗੋਲ ਨੂੰ ਨਹੀਂ, ਜਿਹੜਾ ਉਸਨੂੰ ਪਾਸੇ ਨਹੀਂ ਹੋਇਆ, ਔਰ ਇੱਕ ਦਿਨ ਇਸੇ ਹੀ ਲਾਈਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਉਹ ਬਾਡੀ ਬਿਲਡਿੰਗ ਕੰਪੀਟੀਸ਼ਨ ਦੇ ਜਿਹੜੀ ਚੈਂਪੀਅਨਸ਼ਿਪ ਹੋਈ ਉਹਦੇ ਵਿੱਚ ਮਿਸਟਰ ਏਸ਼ੀਆ ਬਣੇ। ਸਾਡੇ ਨਾਲ ਹਰਮਿੰਦਰ ਦੁੱਲੋਵਾਲ ਨੇ।
ਔਰ ਇੱਕ ਖਾਸ ਗੱਲ ਇਹਨਾਂ ਦੇ ਬਾਰੇ ਹੈ ਵੀ ਅੱਜ ਕੱਲ੍ਹ ਆਪਾਂ ਇਹ ਗੱਲ ਸੋਚਦੇ ਹਾਂ ਵੀ ਜੇ ਅਸੀਂ ਬੋਡੀ ਬਿਲਡਿੰਗ ਕਰਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਨਾਨ ਵੈਜ ਖਾਣਾ ਪਏਗਾ ਜਾਂ ਡਾਈਟ ਸਾਡੀ ਥੋੜ੍ਹੀ ਬੇਸ਼ੱਕ ਅਲੱਗ ਹੁੰਦੀ ਹੈ ਹਰ ਬੋਡੀ ਬਿਲਡਰ ਦੀ, ਤਾਂ ਉਹਦੇ ਨਾਲ ਨਾਨ ਵੈਜ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਆ। ਪਰ ਹਰਮਿੰਦਰ ਦੁੱਲੋਵਾਲ ਜੋ ਮਿਸਟਰ ਏਸ਼ੀਆ ਨੇ ਉਹ ਬਿਲਕੁਲ ਵੈਜ ਨੇ, ਉਹਨਾਂ ਨੇ ਅਜੇ ਤੱਕ ਕਦੀ ਵੀ ਨਾਨ ਵੈਜ ਨਹੀਂ ਖਾਧਾ, ਪਰ ਫਿਰ ਵੀ ਵੱਡੀ ਕਾਮਯਾਬੀ ਇਸ ਲਾਈਨ ਦੇ ਵਿੱਚ ਹਾਸਲ ਕੀਤੀ ਹੈ। ਹਰਮਿੰਦਰ ਭਾਈ ਪਹਿਲਾਂ ਸਵਾਗਤ ਤੁਹਾਡਾ ਹਮਦਰ ਟੀਵੀ। ਤੁਹਾਡਾ ਵੀ ਹਮਦਰ ਟੀਵੀ ਦੀ ਸਾਰੀ ਟੀਮ ਦਾ ਮੈਂ ਬਹੁਤ ਧੰਨਵਾਦੀ ਹਾਂ। ਮੈਂ ਤੁਹਾਡੇ ਚੈਨਲ ਪਹਿਲਾਂ ਵੀ ਦੇਖਦਾ ਰਿਹਾ, ਕਾਫੀ ਤੁਹਾਡੀਆਂ ਮੋਟੀਵੇਸ਼ਨਲ ਵੀਡੀਓਜ਼ ਹੁੰਦੀਆਂ, ਤੁਹਾਡਾ ਮੋਸਟ ਵੈਲਕਮ ਆ ਸਾਰਿਆਂ ਦਾ। ਵੀਰ ਜੀ, ਜਿਵੇਂ ਮੈਂ ਕਿਹਾ ਵੀ ਮਿਸਟਰ ਏਸ਼ੀਆ ਇੱਕ ਸਮਾਂ ਉਹ ਜਦੋਂ ਪੈਸੇ ਨਹੀਂ ਸੀ ਕੋਲ ਪਰ ਟੀਚਾ ਵੱਡਾ ਮਿਥ ਲਿਆ ਸੀਗਾ, ਫਿਰ ਮਿਸਟਰ ਏਸ਼ੀਆ ਉਹ ਕਹਾਣੀ ਕੀ ਹੈ? ਮੈਂ ਬੋਡੀ ਬਿਲਡਿੰਗ 'ਚ 2004 ਤੋਂ ਆਇਆ, ਲਗਭਗ 2004-03 ਉਸ ਟਾਈਮ ਮੈਂ +2 'ਚ ਸਟੱਡੀ ਕਰ ਰਿਹਾ ਸੀ। ਬੋਡੀ ਵੇਟ ਸੀਗਾ ਮੇਰਾ 38 ਕਿਲੋ, ਤਾਂ 38 ਕਿਲੋ ਬੋਡੀ ਵੇਟ ਹੋਣ ਦੇ ਨਾਲ ਨਾਲ ਮੇਰੀ ਹਾਈਟ ਸੀਗੀ ਉਦੋਂ 5 ਫੁੱਟ 7 ਇੰਚ। ਤਾਂ ਮੈਂ ਜਦੋਂ ਜਿਮ ਗਿਆ ਪਹਿਲੇ ਦਿਨ ਮੈਨੂੰ ਭਾਵਨਾ ਸੀ ਕਿ ਮੈਂ ਕੁਛ ਅਲੱਗ ਕਰਾਂ। ਬਚਪਨ ਤੋਂ ਇਹ ਚੀਜ਼ ਸੀ ਕਿ ਮੈਂ ਸਮਾਜ 'ਚ ਜੇ ਅੱਗੇ ਆਉਣਾ ਆ, ਗਰੋਥ ਕਰਨੀ ਆ, ਮੈਨੂੰ ਇਸ ਸਮਾਜ 'ਚ ਰਹਿ ਕੇ ਹੀ ਗਰੋਥ ਕਰਨੀ ਪੈਣੀ। ਬਟ ਗਰੋਥ ਮੈਂ ਉਦੋਂ ਕਰ ਪਾਊਂਗਾ ਜਦੋਂ ਅੱਗੇ ਉਦੋਂ ਵੱਧ ਪਾਊਂਗਾ ਜਦੋਂ ਮੈਂ ਕੋਈ ਅਲੱਗ ਜਿਹੜਾ ਆ ਉਹ ਆਪਣੇ ਮਨ 'ਚ ਇੱਕ ਟੀਚਾ ਮਿਥੂੰਗਾ। ਸੋ ਉਹਦੇ ਲਈ ਮੈਂ ਸਿਰਫ ਪਹਿਲਾਂ ਇਸ ਲਈ ਜਾਂਦਾ ਸੀ ਕਿ ਮੇਰੀ ਬੋਡੀ ਹਲਕੀ ਭਾਰੀ ਹੋ ਜਾਵੇ। ਜੀ ਮੇਰਾ ਭਾਰ ਹੁਣ 38 ਕਿਲੋ ਹੈ, ਇਸ ਤੋਂ 10 ਕਿਲੋ ਵੱਧ ਜਾਵੇ। ਪਹਿਲਾਂ ਬੋਡੀ ਬਿਲਡਿੰਗ ਦਾ ਰੁਝਾਨ ਨਹੀਂ ਸੀ ਮਨ 'ਚ, ਪਰ ਮੈਂ ਜਿੱਦਾਂ ਜਿੱਦਾਂ ਜਿਮ ਜਾਂਦਾ ਗਿਆ ਮੈਨੂੰ ਆਪਣਾ ਜਿਹੜਾ ਬੋਡੀ ਵੇਟ ਆ ਉਹ ਵੱਧਦਾ ਗਿਆ, ਨਜ਼ਰ ਆਉਂਦਾ ਗਿਆ। ਪਰ ਜਦੋਂ ਮੈਂ ਜਿਮ ਸਟਾਰਟ ਕਰਦਾ ਆ, ਕੀ ਹੁੰਦਾ ਹੈ ਮੇਰੇ ਨਾਲ, ਪਹਿਲੇ ਦਿਨ ਹੀ ਜਿਹੜੀ ਰੋਡ ਦਾ ਭਾਰ, ਜਿਹੜੀ ਜਿਮ 'ਚ ਰੋਡ ਯੂਜ਼ ਹੁੰਦੀ ਵੇਟ ਚੁੱਕਣ ਲਈ, ਉਹਦਾ ਭਾਰ ਸੀਗਾ ਕੋਈ ਤਕਰੀਬਨ 8 ਤੋਂ 10 ਕਿਲੋ, ਔਰ ਰੋਡ ਮੇਰੇ ਉੱਪਰ ਹੀ ਡਿੱਗਦੀ ਆ। ਅਤੇ ਮੈਂ ਸਾਰਿਆਂ ਲਈ ਮਜ਼ਾਕ ਦਾ ਪਾਤਰ, ਹਾਸੇ ਦਾ ਪਾਤਰ ਬਣ ਜਾਂਦਾ ਹੈ ਕਿ ਤੇਰੇ ਕੋਲ ਕੁਛ ਨਹੀਂ ਹੋਣਾ। ਸਾਰੇ ਮੈਨੂੰ ਇੱਕ ਅਜੀਬ ਜਿਹੀਆਂ ਹਰਕਤਾਂ ਨਾਲ ਮਤਲਬ ਟੌਂਟ ਮਾਰਦੇ ਆ ਕਿ ਤੂੰ ਬੋਡੀ ਬਿਲਡਿੰਗ ਕਰ ਨਹੀਂ ਸਕਦਾ, ਤੂੰ ਪਹਿਲਾਂ ਆਪਣੇ ਸਰੀਰ 'ਚ ਜਾਨ ਪਾ ਗਿਆ। ਅਤੇ ਉਸ ਟਾਈਮ ਮੈਨੂੰ ਜਿੰਨਾ ਕੁ ਪਤਾ ਹੁੰਦਾ ਸੀ ਡਾਈਟ ਬਾਰੇ, ਐਕਸਰਸਾਈਜ਼ ਬਾਰੇ, ਮੈਂ ਆਲੇ ਦੁਆਲੇ ਪੁੱਛ, ਕਿਉਂਕਿ ਉਦੋਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀਗਾ, ਅੱਜ ਤੋਂ 10-15 ਸਾਲ ਪਹਿਲਾਂ। ਤਾਂ ਮੈਂ ਆਪਣੀ ਕੋਸ਼ਿਸ਼ ਕਰਦਾ। ਫਿਰ ਵੀ ਮੈਨੂੰ ਜਿਹੜੇ ਮੇਰੇ ਸੀਨੀਅਰ ਹੁੰਦੇ ਉਹ ਮੈਨੂੰ ਰੋਜ਼ ਮਜ਼ਾਕ ਬਣਾਉਂਦੇ, ਕਦੀ ਮੇਰੇ ਕੋਲ ਜਿਮ ਦੀਆਂ ਪਲੇਟਾਂ ਚੁਕਵਾਉਂਦੇ, ਕਦੀ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਸਾਡੇ ਲਈ ਪਾਣੀ ਲੈ ਆ, ਖਾਣ ਦੀ ਆਹ ਚੀਜ਼ ਲੈ, ਮਤਲਬ ਮੈਨੂੰ ਇੱਕ ਹੈਲਪਰ ਰੱਖ ਲੈਂਦੇ। ਪਰ ਮੈਂ ਉਸ ਚੀਜ਼ ਨੂੰ ਵੀ ਇੱਕ ਮਨ 'ਚ ਇਹ ਧਾਰਨਾ ਬਣਾ ਲਈ ਕਿ ਮੈਂ ਅੱਜ ਇਹਨਾਂ ਦਾ ਹੈਲਪਰ ਆ, ਕੱਲ੍ਹ ਨੂੰ ਮੇਰਾ ਵੀ ਕੋਈ ਹੈਲਪਰ ਬਣੂਗਾ। ਕਿ ਇਸ ਦਿਮਾਗ 'ਚ ਇੱਕ ਸੋਚ ਬਚਪਨ ਤੋਂ ਹੀ ਪੈਦਾ ਸੀ, ਫੈਮਿਲੀ ਬੈਕਗਰਾਊਂਡ ਤੋਂ ਕੁਛ ਇੱਦਾਂ ਦੀ ਚੀਜ਼ਾਂ ਮਿਲੀਆਂ ਸੀ ਕਿ ਤੁਸੀਂ ਕਿਸੇ ਦੀ ਜਿੱਦਾਂ ਦੀ ਵੀ ਸਪੋਰਟ ਕਰੋਗੇ ਤੁਹਾਨੂੰ ਉੱਦਾਂ ਦੀ ਮਿਲੂਗੀ। ਸੋ ਉਹਨਾਂ ਚੀਜ਼ਾਂ ਨੇ ਅੱਜ ਮੈਨੂੰ ਬੋਡੀ ਬਿਲਡਰ ਬਣਾਤਾ। ਅਤੇ ਮੈਨੂੰ ਹੁਣ ਅੱਜ ਮਨ 'ਚ ਇਹ ਹੁੰਦਾ ਹੈ ਕਿ ਮੈਂ ਜਿੱਦਾਂ ਦੇ ਸਮੇਂ 'ਚੋਂ ਆਪ ਨਿਕਲਿਆ, ਕਿਉਂਕਿ ਜੰਮਦਾ ਕੋਈ ਵੀ ਬੱਚਾ ਉਹ 3 ਤੋਂ 4 ਕਿਲੋ ਦਾ ਹੀ ਹੁੰਦਾ, ਅਤੇ ਉਹਨੇ ਆਪਣੇ ਹੱਥਾਂ ਪੈਰਾਂ ਨਾਲ ਹੀ ਸਾਰਾ ਕੁਛ ਕਰਨਾ। ਵੀ ਜੋ ਮੈਂ ਆਪਣੇ ਆਪ 'ਤੇ ਹੰਢਾਇਆ ਉਹ ਕਿਸੇ ਨੂੰ ਓਨਾ ਨਾ ਹੰਢਾਉਣਾ ਪਵੇ, ਉਹਨਾਂ ਨੂੰ ਵੀ ਮੈਂ ਸਪੋਰਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਫਿਰ ਭਾਜੀ ਜਿਵੇਂ ਇਹ ਡਿਸੀਜ਼ਨ ਲਿਆ, ਪਿੱਛੋਂ ਫੈਮਿਲੀ ਬੈਕਗਰਾਊਂਡ ਫਾਈਨੈਂਸ਼ਲੀ ਕਿੰਨੀ ਕੁ ਸਟਰੋਂਗ ਸੀ? ਕਿਉਂਕਿ ਜਿਮਿੰਗ ਦੇ ਵਿੱਚ ਜਿੰਨਾ ਕੁ ਆਪਾਂ ਨੌਲੇਜ ਰੱਖਦੇ ਹਾਂ ਵੀ ਪੈਸਾ ਇਹਦੇ ਵਿੱਚ ਵੀ ਬਹੁਤ ਲੱਗਦਾ ਹੈ ਜੇ ਆਪਾਂ ਕਾਮਯਾਬ ਹੋਣਾ ਹੈ। ਦੇਖੋ, ਘਰੇਲੂ ਜਿਹੜੀ ਸਪੋਰਟ ਸੀਗੀ ਉਹ ਮੈਨੂੰ ਸਟੱਡੀ ਦੇ ਮਾਮਲੇ 'ਚ ਠੀਕ ਸੀਗੀ, ਪਰ ਕਹਿੰਦੇ ਜਦੋਂ ਤੱਕ ਨਾ ਸਾਡੇ ਪਰਿਵਾਰ, ਕਿਉਂਕਿ ਮਾਂ ਪਿਓ ਇੱਕ ਸਾਡੇ ਲਈ ਅਸਲੀ ਰੱਬ ਹੋਈ ਆ, ਉਹ ਸਾਡੇ ਲਈ ਹਮੇਸ਼ਾ ਚੰਗਾ ਹੀ ਸੋਚਦੇ, ਪਰ ਉਹਨਾਂ ਨੂੰ ਬੋਡੀ ਬਿਲਡਿੰਗ ਲਾਈਨ ਬਾਰੇ ਪਤਾ ਹੀ ਨਹੀਂ ਸੀ। ਅਤੇ ਜਦੋਂ ਉਹਨਾਂ ਕੋਲ ਮੈਂ ਡਿਮਾਂਡ ਕਰਦਾ ਸੀ ਪੈਸੇ ਦੀ, ਘਰ ਦੇ ਹਾਲਾਤ ਠੀਕ ਸੀਗੇ, ਬਹੁਤ ਵਧੀਆ ਵੀ ਨਹੀਂ ਮਾੜੇ ਵੀ ਨਹੀਂ, ਪਰ ਜਦੋਂ ਉਹਨਾਂ ਨੂੰ ਮੈਂ ਡਿਮਾਂਡ ਕਰਦਾ ਸੀ ਵੀ ਮੈਨੂੰ ਬੋਡੀ ਬਿਲਡਿੰਗ 'ਚ ਆਹ ਡਾਈਟ ਚਾਹੀਦੀ, ਜਿਮ ਜਾਣਾ, ਮੈਨੂੰ ਆਹ ਡਾਈਟ ਖਾਣੀ ਆ, ਇੱਦਾਂ ਦੇ ਫੂਡ ਦੱਸਦੇ ਉਹ, ਅਤੇ ਉਹ ਮੈਨੂੰ ਕਹਿੰਦੇ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ। ਉਹਨਾਂ ਦਾ ਵੀ ਜਿਹੜਾ ਕਹਿਣਾ ਇੱਕ ਜਾਇਜ਼ ਸੀਗਾ, ਕਿਉਂਕਿ ਜਦੋਂ ਤੱਕ ਸਾਨੂੰ ਕਿਸੇ ਚੀਜ਼ ਦੀ ਇੰਪੋਰਟੈਂਸ ਹੀ ਨਹੀਂ ਪਤਾ, ਉਹਦੀ ਮਹੱਤਤਾ ਨਹੀਂ ਪਤਾ, ਉਹਦਾ ਕੀ ਸਾਨੂੰ ਬੈਨੀਫਿਟ ਆ, ਉਹ ਅਸੀਂ ਉਹ ਚੀਜ਼ ਨੂੰ ਅੱਗੇ ਨਹੀਂ ਲਿਆ ਸਕਦੇ। ਸੋ ਮੈਂ ਕੀ ਸਟਾਰਟ ਕੀਤਾ, ਘਰੋਂ ਥੋੜ੍ਹੀ ਦੇਰ ਮੰਗੇ ਨਹੀਂ ਮਿਲੇ, ਫਿਰ ਮੈਂ ਆਪਣੇ ਐਂਡ 'ਤੇ ਆਪਣੇ ਬਿਹਾਫ 'ਤੇ ਕੰਮ ਕਰਨੇ ਸ਼ੁਰੂ ਕਰਤੇ। ਜਿੱਦਾਂ ਮੈਂ ਕੁਛ ਸਮਾਂ ਅਖਬਾਰਾਂ ਵੀ ਵੰਡੀਆਂ, ਅਤੇ ਕੁਛ ਸਮਾਂ ਮੈਂ ਕੋਰੀਅਰ ਸਰਵਿਸ 'ਤੇ ਜਾ ਕੇ ਉਹਨਾਂ ਦੇ ਕੋਰੀਅਰ ਲੈ ਕੇ ਉਹ ਘਰਾਂ 'ਚ ਵੀ ਡਿਲੀਵਰ ਕੀਤੇ। ਉੱਥੋਂ ਮੈਨੂੰ ਕੁਛ ਥੋੜ੍ਹੀ ਬਹੁਤੀ ਜਿਹੜੀ ਆਮਦਨੀ, ਜੋ ਪੈਸੇ ਹੋਣੇ, ਉਹਨਾਂ ਨਾਲ ਮੈਂ ਆਪਣੀ ਡਾਈਟ ਪੂਰੀ ਕਰਨੀ। ਅਤੇ ਕਈ ਵਾਰੀ ਕੀ ਹੋਣਾ, ਜੋ ਮੈਨੂੰ ਘਰ ਦਾ ਕਿਰਾਇਆ ਮਿਲਣਾ, ਜਿਹੜਾ ਮੈਨੂੰ ਕਿਰਾਇਆ ਮਿਲਣਾ ਸਕੂਲ ਕਾਲਜ ਜਾਣ ਲਈ ਬੱਸ ਦਾ, ਉਹ ਕਿਰਾਇਆ ਨਹੀਂ ਮੈਂ ਲਾ ਕੇ ਜਾਣਾ। ਬੱਸ 'ਚ ਕਹਿ ਲਓ ਕਿ ਈਜ਼ੀ ਭਾਸ਼ਾ 'ਚ ਕਹਿ ਲਾਂ, ਮੈਂ ਅੱਗੇ ਪਿੱਛੇ ਹੋ ਕੇ ਲੁਕ ਛਿਪ ਕੇ ਜਾਣਾ ਕਿ ਉਹ ਕਿਰਾਇਆ ਬਚਾ ਲੈਣਾ। ਉਹ ਪੈਸੇ ਮੈਂ ਆਪਣੀ ਡਾਈਟ 'ਤੇ ਲਾਉਣੇ, ਜਾਂ ਆਪਣੇ ਜਿਹੜੇ ਮੇਰੇ ਦੋਸਤ ਸੀਗੇ ਜਿਹੜੇ ਘਰੋਂ ਅੱਛੇ ਸੀਗੇ, ਬਹੁਤ ਅੱਛਾ ਪੈਸਾ ਸੀ ਜਿਨ੍ਹਾਂ ਕੋਲ, ਉਹਨਾਂ ਕੋਲ ਪੈਸੇ ਲੈ ਲੈਣੇ, ਫਿਰ ਪੂਰੇ ਮਹੀਨੇ 'ਚ ਉਹਨਾਂ ਨੂੰ ਉਹੀ ਰੋਜ਼ 150 ਜਿਹੜਾ ਉਹਨਾਂ ਵਾਪਸ ਕਰਦੇ ਰਹਿਣਾ। ਸੋ ਇੱਦਾਂ ਮੈਂ ਉਸ ਚੀਜ਼ ਨੂੰ ਮੇਨਟੇਨ ਕਰਦਾ ਰਿਹਾ। ਪਰ ਮਨ 'ਚ ਇੱਕ ਸੀ ਕਿ ਅੱਜ ਮੈਂ ਇੱਥੇ ਸਟਾਰਟ ਹੋਇਆ ਕਿ ਪੈਨ ਨਾਲ ਤੁਸੀਂ ਲਿਖਣਾ ਸਟਾਰਟ ਕਰੋਗੇ, ਪੇਜ ਫੇਰ ਹੀ ਭਰੋਗੇ। ਤੋ ਮੈਂ ਲਿਖਣਾ ਸਟਾਰਟ ਕੀਤਾ। ਅੱਜ ਤੁਹਾਡੇ ਸਾਰਿਆਂ ਦੀ ਬਦੌਲਤ ਮੈਂ ਤੁਹਾਡੇ ਸਾਹਮਣੇ ਹਾਂ।
ਇਹ ਵੀ ਮੈਨੂੰ ਪਤਾ ਲੱਗਿਆ ਕਹਿੰਦੇ ਕੱਪੜੇ ਦੀ ਦੁਕਾਨ ਤੇ ਵੀ ਕੰਮ ਕੀਤਾ। ਹਾਂ, ਉਹ ਉਸ ਦੌਰਾਨ ਕੱਪੜੇ ਦੁਕਾਨ 'ਤੇ ਮੈਂ ਕੰਮ ਕੀਤਾ। ਉਹ ਮੈਂ ਲੋਕਲ ਹੀ ਕਰਦਾ ਰਿਹਾ ਆਪਣੇ ਸਿਟੀ 'ਚ ਹੀ। ਅਤੇ ਜਦੋਂ ਕਿਸੇ ਨੇ ਮੇਰੇ ਜਾਣਕਾਰ ਨੇ ਆਉਣਾ ਤਾਂ ਮੈਂ ਆਪਣਾ ਚਿਹਰਾ ਛੁਪਾਉਣ ਦੀ ਕੋਸ਼ਿਸ਼ ਕਰਨੀ ਵੀ ਸਾਰੇ ਕੋਈ ਨਾ ਕੋਈ ਜਾਣਦਾ ਹੁੰਦਾ ਸੀ, ਲੋਕਲ ਹੁੰਦੇ ਸੀ। ਤਾਂ ਉਹਦੇ ਵਿੱਚ ਮੈਂ ਕੀ ਕੰਮ ਕਰਨਾ, ਕੱਪੜੇ ਲਈ ਸਿਰਫ ਮੈਂ ਤੈਆਂ ਲਾਉਣੀਆਂ। ਕੱਪੜਾ ਖੋਲ੍ਹਿਆ, ਉਹਨੂੰ ਦਿਖਾਉਣਾ ਨਹੀਂ ਮੈਂ ਵੀ ਖੋਲ੍ਹਿਆ, ਅਤੇ ਉਹਨੂੰ ਤੈਅ ਲਾ ਕੇ ਫਿਰ ਸਾਈਡ 'ਤੇ ਰੱਖਤਾ, ਫਿਰ ਖੋਲ੍ਹਿਆ, ਫਿਰ ਤੈਅ ਲਾ ਕੇ ਸਾਈਡ 'ਤੇ ਰੱਖ। ਮੇਰਾ ਸਿਰਫ ਕੰਮ ਖੋਲ੍ਹਣਾ ਅਤੇ ਤੈਅ ਲਾਉਣਾ ਸੀਗਾ ਉਹਨੂੰ। ਪਰਿਵਾਰ ਨੂੰ ਨਹੀਂ ਪਤਾ ਲੱਗਾ ਵੀ ਸਾਡਾ ਮੁੰਡਾ ਚਲੋ ਜਿਮਿੰਗ ਤਾਂ ਚਲੋ ਇੱਕ ਗੱਲ ਕਿਤੇ ਨਾ ਕਿਤੇ ਚੰਗੀ ਗੱਲ ਹੈ, ਹਾਲਾਂਕਿ ਮਿਹਨਤ ਕਰਨਾ, ਭਾਵੇਂ ਕੱਪੜੇ ਦੁਕਾਨ 'ਤੇ ਮਿਹਨਤ ਕਰਨੀ, ਭਾਵੇਂ ਕੋਰੀਅਰ ਸਰਵਿਸ ਹੈ, ਚੋਰੀ ਨਾਲੋਂ ਤਾਂ ਚੰਗੀ ਹੈ ਮਿਹਨਤ ਕਰਨੀ। ਉਹ ਮਿਹਨਤ ਕਰਦੇ ਸੀਗੇ ਤੁਸੀਂ, ਤਾਂ ਪਰਿਵਾਰ ਨੇ ਕਦੇ ਇਤਰਾਜ਼ ਨਹੀਂ ਜਤਾਇਆ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ? ਨਹੀਂ, ਉਹ ਮੈਂ ਆਪਣੇ ਐਂਡ 'ਤੇ ਨਹੀਂ ਪਤਾ ਲੱਗਣ ਦਿੰਦਾ ਸੀ, ਕੋਸ਼ਿਸ਼ ਹੁੰਦੀ ਸੀ ਨਹੀਂ ਪਤਾ ਲੱਗਣ ਦਿੰਦਾ ਸੀ। ਪਰ ਫਿਰ ਵੀ ਇੱਕ ਵਾਰੀ ਇੱਦਾਂ ਹੀ ਮੈਂ ਕੋਰੀਅਰ ਬਣ ਰਿਹਾ ਸੀ, ਅਤੇ ਉਸ ਟਾਈਮ ਮੈਨੂੰ ਮੇਰੇ ਪਾਪਾ ਦੇ ਦੋਸਤ ਮਿਲੇ, ਅਤੇ ਉਹਨਾਂ ਨੇ ਮੈਨੂੰ ਇਹ ਚੀਜ਼ ਤੋਂ ਮੈਨੂੰ ਪੁੱਛਿਆ, ਅਤੇ ਮੈਂ ਆਪਣੀ ਉਹਨਾਂ ਦੀ ਜਿਹੜੀ ਮੇਰੇ ਕੋਲ ਗੱਲ ਪੁੱਛੀ, ਮੈਂ ਉਹਦਾ ਜਵਾਬ ਨਹੀਂ ਦੇ ਪਾਇਆ। ਉਸ ਟਾਈਮ ਥੋੜ੍ਹਾ ਜਿਹਾ ਘਰੋਂ ਪਤਾ ਲੱਗਾ। ਫਿਰ ਮੈਨੂੰ ਮੇਰੇ ਫਾਦਰ ਸਾਹਿਬ ਨੇ ਪੁੱਛੀ ਕਿ ਗੱਲ ਕੀ ਹੈ ਤੂੰ? ਮੈਂ ਕਿਹਾ ਮੈਂ ਇਹ ਚੀਜ਼ ਡਿਮਾਂਡ ਕਰਦਾ ਸੀ, ਨਹੀਂ ਹੋਈ ਤਾਂ ਪਰ ਮੈਂ ਕੁਛ ਗਲਤ ਨਹੀਂ ਕਰ ਰਿਹਾ, ਮੈਂ ਕੋਈ ਚੋਰੀ ਨਹੀਂ ਕਰ ਰਿਹਾ, ਮੇਰੀ ਜਿੰਨੀ ਕੁ ਪਹੁੰਚ ਆ। ਉਹਨਾਂ ਚੀਜ਼ਾਂ ਨੇ ਵੀ ਮੈਨੂੰ ਹਾਰਡ ਵਰਕ ਕਰਨਾ ਹੀ ਸਿਖਾਇਆ। ਵੀ ਅਸੀਂ ਅੱਜ ਇਹ ਕਹਿ ਲਈਏ ਜੇ ਮੈਂ ਛੋਟਾ ਕੰਮ ਕਰਦਾ ਸੀ, ਬਟ ਕੰਮ ਕੋਈ ਤੁਹਾਡਾ ਛੋਟਾ ਵੱਡਾ ਨਹੀਂ ਹੁੰਦਾ, ਤੁਸੀਂ ਉਹਦੇ ਵਿੱਚ ਹਾਰਡ ਵਰਕ ਕਰ ਰਹੇ, ਵੀ ਗਰਾਊਂਡ ਤੋਂ ਕਰ ਰਹੇ ਹਾਂ। ਮੈਂ ਸੋਚਦਾ ਕਿ ਅੱਜ ਜੇ ਮੈਂ ਛੋਟਾ ਕੰਮ ਕਰ ਰਿਹਾ, ਕਿਸੇ ਦਿਨ ਮੈਂ ਕੰਮ ਛੋਟਾ ਕਰਕੇ ਇਹਦਾ ਇੱਕ ਦਿਨ ਮਾਲਕ ਵੀ ਬਣੂੰਗਾ। ਸੋ ਉਹ ਜਿਹੜਾ ਇੱਕ ਗਰਾਊਂਡ ਤੋਂ ਉੱਪਰ ਤੱਕ ਦਾ ਫਾਸਲਾ ਉਹ ਮੈਂ ਉਦੋਂ ਹੀ ਤੈਅ ਕਰ ਪਾਊਂਗਾ ਜਦੋਂ ਉਹਨੂੰ ਮੈਂ ਨੀਚੇ ਤੋਂ ਸ਼ੁਰੂ ਕਰੂੰਗਾ। ਪਰ ਮੈਨੂੰ ਘਰੋਂ ਵੀ ਇਹ ਸਪੋਰਟ ਮਿਲੀ ਕਿ ਹਾਂ, ਉਸ ਤੋਂ ਬਾਅਦ ਮੈਨੂੰ ਫਿਰ ਘਰੋਂ ਥੋੜ੍ਹੇ ਜਿਹੇ ਪੈਸੇ ਮਿਲਣੇ ਸ਼ੁਰੂ ਹੋਏ ਵੀ ਬੱਚਾ ਕੁਛ ਕਰੂਗਾ। ਫਿਰ ਮੈਂ ਫਸਟ ਟਾਈਮ ਜਿਹੜਾ ਆਪਣਾ ਕੰਪੀਟੀਸ਼ਨ ਸੀਗਾ ਡਿਸਟ੍ਰਿਕਟ ਲੈਵਲ ਦਾ ਹੋਇਆ ਸੀ, ਉਹ ਤਕਰੀਬਨ 2005-6 ਦੀ ਗੱਲ ਆ। ਉਸ ਟਾਈਮ ਮੈਂ ਉਹਦੇ ਵਿੱਚ ਗੋਲਡ ਮੈਡਲ ਆ ਗਿਆ ਮੇਰੀ ਕੈਟਾਗਰੀ 'ਚ। ਤਾਂ ਫਿਜ਼ੀਕ ਅੱਛੀ ਹੋ ਗਈ, ਡਿਸਟ੍ਰਿਕਟ ਲੈਵਲ ਦਾ ਛੋਟਾ ਕੰਪੀਟੀਸ਼ਨ ਸੀਗਾ। ਤਾਂ ਮੇਰਾ ਉਹ ਜਦੋਂ ਮੈਡਲ ਆਇਆ, ਫਿਰ ਉਸ ਤੋਂ ਬਾਅਦ ਮੇਰੀ ਫੈਮਿਲੀ ਨੇ ਸਮਝਣਾ ਸ਼ੁਰੂ ਕੀਤਾ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਜਦੋਂ ਤੱਕ ਅਸੀਂ ਫੈਮਿਲੀ ਨੂੰ ਨਹੀਂ ਸਮਝਾ ਪਾਉਂਦੇ ਵੀ ਕੀ ਇਸ ਚੀਜ਼ ਦੇ ਫਾਇਦੇ ਕੀ ਨੁਕਸਾਨ ਆ, ਉਹ ਸਾਡੇ ਨਾਲ ਸਪੋਰਟ ਨਹੀਂ ਕਰਨਗੇ। ਅਤੇ ਜਦੋਂ ਉਹਨਾਂ ਨੂੰ ਇਹ ਚੀਜ਼ ਸਮਝ ਲੱਗੀ, ਫਿਰ ਉਹਨਾਂ ਨੇ ਮੈਨੂੰ ਬਖੂਬੀ ਇਹਦੇ 'ਚ ਕਿਰਦਾਰ ਨਿਭਾਇਆ। ਅਤੇ ਅੱਜ ਫੈਮਿਲੀ ਮੇਰੀ ਸਾਰੀ ਮੇਰੇ ਕਹਿ ਲਓ ਕਿ ਉਹ ਮੇਰੀ ਫੈਮਿਲੀ ਨਾ ਹੋਵੇ ਤਾਂ ਮੈਂ ਅੱਜ ਇੱਥੇ ਨਹੀਂ ਹੋ ਸਕਦਾ ਸੀ। ਮਿਸਟਰ ਏਸ਼ੀਆ ਜਦੋਂ ਬਣੇ ਉਹ ਕਿਵੇਂ ਸੀਗਾ? ਉਹ ਕਿਹੜਾ ਸਮਾਂ ਸੀ ਔਰ ਕਿਵੇਂ ਫਿਰ ਉਹ ਕੰਪੀਟੀਸ਼ਨ 'ਚ? ਮਿਸਟਰ ਏਸ਼ੀਆ ਲਈ ਮੈਂ 2018 'ਚ ਮਿਸਟਰ ਏਸ਼ੀਆ ਬਣਿਆ। ਤਾਂ ਪਰ ਮੈਂ 2015 ਤੋਂ ਜਿਹੜੇ ਆਪਣੇ ਇੰਟਰਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਆ, ਪਹਿਲਾਂ ਮੈਂ ਸਾਊਥ ਅਫਰੀਕਾ ਖੇਡਿਆ ਮਿਸਟਰ ਵਰਲਡ, ਉਹਦੇ ਵਿੱਚ ਮੈਂ ਟੌਪ 5 'ਚ ਆਇਆ ਸਿਰਫ। ਅਤੇ ਉਸ ਤੋਂ ਮੈਂ ਇਹ ਸੇਧ ਲਈ ਕਿ ਮੈਂ ਇੱਕਦਮ ਮਿਸਟਰ ਏਸ਼ੀਆ ਜਾਂ ਇੱਕਦਮ ਮਿਸਟਰ ਵਰਲਡ ਨਹੀਂ ਬਣ ਸਕਦਾ, ਬਟ ਮੈਂ ਆਪਣਾ ਰੁਝਾਨ ਇੱਕ ਟੀਚਾ ਮਿਥ ਲਿਆ ਕਿ ਹਰ ਸਾਲ ਮੈਂ ਕੋਈ ਨਾ ਕੋਈ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਸ਼ੋਅ ਆ ਉਹ ਕਰਨਾ ਹੀ ਕਰਨਾ। ਉਹਦੇ 'ਚ ਸਾਰਾ ਪੈਸਾ ਟਰੈਵਲਿੰਗ ਦਾ, ਡਾਈਟ ਦਾ ਮੈਂ ਆਪਣੇ ਕੋਲੋਂ ਹੀ ਕਰਦਾ ਸੀ, ਘਰੋਂ ਵੀ ਹੁੰਦਾ ਸੀ। ਮੈਂ ਆਪਣੇ ਪਰਸਨਲ ਜਿਹੜੇ ਮੇਰੇ ਕੰਮ ਸੀਗੇ ਜਿਮ ਲਾਈਨ ਦੇ, ਉਹਨਾਂ ਤੋਂ ਹੀ ਮੈਂ ਕਰਦਾ ਸੀਗਾ। ਪਰ ਹਰ ਸਾਲ ਮੈਂ ਇੱਕ ਟੀਚਾ ਮਿਥ ਲਿਆ। 2015 'ਚ ਮੈਂ ਮਿਸਟਰ ਵਰਲਡ ਗਿਆ ਸਾਊਥ ਅਫਰੀਕਾ। ਉਸ ਤੋਂ ਬਾਅਦ ਮੈਂ ਏਸ਼ੀਆ ਖੇਡਿਆ 2016 ਤੁਹਾਡਾ ਸਿੰਗਾਪੁਰ। ਉਸ ਤੋਂ ਬਾਅਦ ਫਿਰ ਮੈਂ 17 'ਚ ਏਸ਼ੀਆ ਖੇਡਿਆ। ਮੇਰਾ ਮੈਡਲ ਨਹੀਂ ਆ ਰਿਹਾ ਉਦੋਂ, ਮੈਨੂੰ ਮੈਡਲ ਚਾਹੀਦਾ ਸੀ ਗੋਲਡ। ਮੇਰਾ 4th 3rd ਆ ਰਿਹਾ, ਬਟ ਮੈਂ ਕਿਹਾ ਕੋਈ ਗੱਲ ਨਹੀਂ, ਇਹ ਜਿਹੜੀ ਚੀਜ਼ ਆ ਜਿੰਨੀ ਇਹਨੂੰ ਮੈਂ ਹਾਰਡ ਵਰਕ ਕਰਕੇ ਪਾਊਂਗਾ ਉਨੀ ਹੀ ਮਤਲਬ ਮੈਨੂੰ ਇੱਕ ਸਕੂਨ ਮਿਲੂਗਾ, ਕਿਉਂਕਿ ਬਿਨਾਂ ਹਾਰਡ ਵਰਕ ਤੋਂ ਤੁਸੀਂ ਕੁਛ ਨਹੀਂ ਕਰ ਸਕਦੇ। ਅਤੇ ਜੇ ਬਿਨਾਂ ਹਾਰਡ ਵਰਕ ਤੋਂ ਤੁਹਾਨੂੰ ਕੁਛ ਮਿਲ ਗਿਆ, ਤੁਸੀਂ ਉਹਦੀ ਇੱਕ ਕਦਰ, ਇੱਕ ਰਿਸਪੈਕਟ ਨਹੀਂ ਕਰੋਗੇ। ਸੋ 2018 ਦਾ ਇੱਕ ਦਿਨ ਆਇਆ ਵੀ ਜਦੋਂ ਮੈਂ ਇੱਕੋ ਸਟੇਜ 'ਤੇ, ਇੰਟਰਨੈਸ਼ਨਲ ਸਟੇਜ 'ਤੇ, ਮਿਸਟਰ ਏਸ਼ੀਆ ਦੀ ਸਟੇਜ 'ਤੇ 2 ਕੈਟਾਗਰੀ 'ਚ ਖੇਡਿਆ। ਇੱਕ ਸੁਪਰ ਬਾਡੀ ਸੀਗੀ, ਉਹਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਆਇਆ। ਪਰ ਉਸੇ ਦਿਨ ਹੀ 2 ਇਵੈਂਟ ਖੇਡੇ ਕਿ ਅੱਜ ਮੇਰਾ ਬ੍ਰੌਂਜ਼ ਫੇਰ ਆਇਆ, ਅੱਜ ਮੈਂ ਗੋਲਡ ਲੈ ਕੇ ਹੀ ਜਾਣਾ। ਫਿਰ ਐਕਸਟ੍ਰੀਮ ਬੋਡੀ ਬਿਲਡਿੰਗ ਜਿਹਦੇ 'ਚ ਹੈਵੀ ਬੋਡੀ ਬਿਲਡਰ ਹੁੰਦੇ ਆ, ਉਹਦੇ ਵਿੱਚ ਮੇਰਾ ਗੋਲਡ ਆ ਗਿਆ। ਸੋ 2018 ਦਾ ਉਹ ਦਿਨ ਮੇਰੇ ਅੱਜ ਵੀ ਦਿਮਾਗ 'ਚ ਪੂਰੀ, ਹੁਣ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪਿਕਚਰ ਕ੍ਰੀਏਟ ਹੋ ਰਹੀ ਕਿ ਮੈਂ ਉਸ ਤੋਂ ਬਾਅਦ ਮੇਲਾ ਭਰਿਆ ਹੀ ਛੱਡਣਾ ਸੋਚਿਆ ਕਿ ਅੱਜ ਮੇਰਾ ਮੈਡਲ ਆ ਗਿਆ, ਜੋ ਮੈਨੂੰ ਮੁਕਾਮ ਚਾਹੀਦਾ ਸੀ ਉਹ ਮੈਂ ਹਾਸਲ ਕਰ ਲਿਆ। ਹੁਣ ਇਹਨੂੰ ਮੈਂ ਅੱਗੇ ਜਾ ਕੇ ਆਪਣੇ ਜਿਹੜੇ ਜੂਨੀਅਰ ਸੀਨੀਅਰ ਆ ਉਹਨਾਂ ਤੱਕ ਵੰਡਾਂ। ਹਾਂਜੀ, ਤਾਂ ਰੁਝਾਨ ਇਹ ਰਿਹਾ। ਹੁਣ ਜਦੋਂ ਬਾਕੀ ਕੋਈ ਮੈਨੂੰ ਮਿਲਦਾ ਆ, ਉਹਨਾਂ ਨੂੰ ਮੈਂ ਇੱਕ ਮੋਟੀਵੇਸ਼ਨ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਕਿ ਬਾਡੀ ਬਿਲਡਿੰਗ ਬੜੀ ਈਜ਼ੀ ਆ, ਬਟ ਉਹਦੇ ਤੁਸੀਂ ਸਿਸਟੇਮੈਟਿਕਲੀ ਚੱਲੋ। ਸਰੀਰ ਬਣਾਉਣਾ ਬੜਾ ਈਜ਼ੀ ਆ, ਇੱਕ ਜਗ੍ਹਾ 'ਤੇ ਪਹੁੰਚਣਾ ਬੜਾ ਈਜ਼ੀ। ਇੱਕ ਚੀਜ਼ ਖਰੀਦਣੀ, ਮੰਨ ਲਓ ਇੱਕ ਅਸੀਂ ਕਾਰ ਹੀ ਖਰੀਦੀ, ਉਹ ਖਰੀਦਣੀ ਬੜੀ ਈਜ਼ੀ, ਬਟ ਉਹਦੀ ਦੇਖਭਾਲ ਕਰਨੀ, ਮੇਨਟੇਨੈਂਸ ਕਰਨੀ ਉਹ ਬੜੀ ਮੁਸ਼ਕਿਲ ਆ। ਸੋ ਉਹ ਚੀਜ਼ਾਂ ਨੇ ਹੀ ਮੈਂ ਕਈ ਵਾਰੀ ਮੰਨਦਾ ਕਿ ਜੇ ਮੈਂ ਬਾਡੀ ਬਿਲਡਰ ਨਾ ਹੁੰਦਾ ਤਾਂ ਮੈਨੂੰ ਦੁਨੀਆਦਾਰੀ ਦੀ ਸਮਝ, ਸਮਾਜ 'ਚ ਵਿਚਰਨਾ, ਗੱਲ ਕਰਨੀ, ਕਿਸ ਤਰ੍ਹਾਂ ਰਹਿਣਾ, ਕਿਸ ਤਰ੍ਹਾਂ ਕਿਸੇ ਦਾ ਆਦਰ ਮਾਣ ਕਰਨਾ ਮੈਨੂੰ ਕਦੀ ਨਹੀਂ ਪੈਦਾ ਹੋਣਾ, ਕਿਉਂਕਿ ਬਾਡੀ ਪੂਰੀ ਕਮੀ ਰਹਿ ਜਾਂਦੀ, ਪੂਰੀ ਹੀ ਕਿਤੇ ਨਾ ਕਿਤੇ ਨਹੀਂ। ਕਿਉਂਕਿ ਬਾਡੀ ਬਿਲਡਿੰਗ ਇੱਕ ਡਿਸਿਪਲਿਨ ਦੀ ਗੇਮ ਆ, ਇੱਕ ਡੈਡੀਕੇਸ਼ਨ ਆ, ਇੱਕ ਰੂਟੀਨ ਆ।
ਤੁਹਾਨੂੰ ਹਰ ਚੀਜ਼ ਨੂੰ ਬਕਾਇਦਾ ਬਖੂਬੀ ਨਿਭਾਉਣਾ ਪੈਂਦਾ, ਚਾਹੇ ਉਹ ਤੁਹਾਡੀ ਡਾਈਟ ਹੋਵੇ, ਚਾਹੇ ਤੁਹਾਡਾ ਜਿਮ ਹੋਵੇ, ਤੇ ਈਵਨ ਚਾਹੇ ਤੁਹਾਡੇ ਯਾਰ ਦੋਸਤ, ਤੁਹਾਡਾ ਪਰਿਵਾਰ ਵੀ ਹੋਵੇ, ਸਾਰਾ ਕੁਝ ਬੋਡੀ ਬਿਲਡਿੰਗ ਹੀ ਸਿਖਾਉਂਦੀ। ਬਟ ਜੇ ਤੁਸੀਂ ਸਿੱਖਣਾ ਚਾਹੋ ਤਾਂ ਅੱਛਾ ਬਾਈ ਜੀ, ਇੱਕ ਗੱਲ ਤੁਹਾਡੇ ਬਾਰੇ ਹੋਰ ਬੜੀ ਦਿਲਚਸਪ ਹੈ ਵੀ ਤੁਸੀਂ ਨਾਨ ਵੈਜ ਨਹੀਂ ਕਦੀ ਵੀ ਖਾਧਾ, ਕਿਉਂਕਿ ਅੱਜ ਕੱਲ੍ਹ ਮੈਂ ਜਿੰਨੇ ਆਪਾਂ ਜਿਮਿੰਗ ਲਾਈਨ ਦੇ ਵਿੱਚ ਨੌਜਵਾਨ ਦੇਖਦੇ ਹਾਂ ਤਾਂ ਉਹ ਪ੍ਰੋਟੀਨਸ ਲਈ ਐਗਸ ਖਾ ਰਹੇ ਨੇ, ਮੀਟ ਲੈ ਰਹੇ ਨੇ, ਤਾਂ ਤੁਸੀਂ ਤਾਂ ਕਦੀ ਨਾਨ ਵੈਜ ਖਾਧਾ ਹੀ ਨਹੀਂ। ਫਿਰ ਕਿਵੇਂ ਉਸ ਚੀਜ਼ ਨੂੰ ਮੈਨੇਜ ਰਿਕਵਰ ਕਿਵੇਂ ਕਰਦੇ ਰਹੇ? ਦੇਖੋ, ਬੋਡੀ ਸਾਡੀ ਕਿਸੇ ਚੀਜ਼ ਦੀ ਇੱਕ ਡਿਮਾਂਡ ਨਹੀਂ ਕਰਦੀ। ਜੇ ਬੋਡੀ ਡਿਮਾਂਡ ਕਰਦੀ, ਉਹ ਫੂਡ ਦੀ ਕੁਆਲਿਟੀ ਦੀ ਡਿਮਾਂਡ ਕਰਦੀ ਆ। ਲਾਈਕ ਇੱਕ ਬਾਈਕ ਆ, ਬਾਈਕ ਕੀ ਆ, ਪੈਟਰੋਲ ਦੀ ਡਿਮਾਂਡ ਕਰਦੀ ਵੀ ਮੈਨੂੰ ਪੈਟਰੋਲ ਚਾਹੀਦਾ। ਉਹ ਇਹ ਨਹੀਂ ਡਿਮਾਂਡ ਕਰੂਗੀ ਮੈਨੂੰ ਪੈਟਰੋਲ ਇਸੇ ਪੰਪ ਤੋਂ ਪਵਾਓ ਜਾਂ ਇਸੇ ਹੀ ਜਗ੍ਹਾ ਤੋਂ ਪਵਾਓ। ਇੱਦਾਂ ਹੀ ਸਾਡੀ ਬੋਡੀ ਆ, ਬੋਡੀ ਪ੍ਰੋਟੀਨ ਸੋਰਸ ਦੀ ਡਿਮਾਂਡ ਕਰਦੀ ਆ, ਐਗ ਜਾਂ ਚਿਕਨ ਜਾਂ ਸਪਲੀਮੈਂਟ ਦੀ ਡਿਮਾਂਡ ਨਹੀਂ ਕਰਦੀ, ਕਿਉਂਕਿ ਬੋਡੀ ਨੂੰ ਨਹੀਂ ਪਤਾ। ਅਸੀਂ ਪ੍ਰੋਟੀਨ ਸੋਰਸ ਪੂਰੇ ਕਰਨੇ ਆ, ਉਹ ਤੁਸੀਂ ਚਾਹੇ ਐਗ ਤੋਂ ਕਰਦੇ ਹੋ, ਜੇ ਤੁਸੀਂ ਵੈਜ ਹੋ ਤਾਂ ਦਾਲਾਂ, ਹਰੀਆਂ ਸਬਜ਼ੀਆਂ, ਡਰਾਈ ਫਰੂਟ ਤੋਂ ਕਰਦੇ ਹੋ, ਅਤੇ ਜੇ ਤੁਹਾਡੀ ਪਹੁੰਚ 'ਚ ਹੈਗਾ ਆ ਕਿਸੇ ਅੱਛੇ ਡਾਕਟਰ ਦੇ ਅੰਡਰ ਰਹਿ ਕੇ ਤੁਸੀਂ ਸਪਲੀਮੈਂਟ ਲੈ ਸਕਦੇ, ਕਿਉਂਕਿ ਬੋਡੀ ਨੂੰ ਪ੍ਰੋਟੀਨ ਸੋਰਸ ਚਾਹੀਦੇ, ਨਾ ਕਿ ਐਗ ਜਾਂ ਚਿਕਨ। ਉਹ ਸਾਡੀ ਆਪਣੀ ਸੋਚ ਹੋ ਗਈ ਕਿ ਸ਼ਾਇਦ ਮੈਂ ਐਗ ਖਾਊਂਗਾ, ਸ਼ਾਇਦ ਮੈਂ ਚਿਕਨ ਖਾਊਂਗਾ, ਮੈਂ ਬਹੁਤ ਵੱਡਾ ਹੋ ਜਾਊਂਗਾ। ਪਰ ਬੋਡੀ ਦੇ ਅੰਦਰ ਜਾ ਕੇ ਤਾਂ ਐਗ ਚਿਕਨ ਦੀ ਕੋਈ ਇੰਪੋਰਟੈਂਸ ਰਹਿ ਨਹੀਂ ਜਾਂਦੀ। ਉਹਦੇ ਅੰਦਰ ਸਾਰੇ ਸੋਰਸ ਜਿਹੜੇ ਆ ਉਹ ਕਹਿ ਲਓ ਕਿ ਸਕੁਈਜ਼ ਨੁੱਚੜ ਜਾਂਦੇ, ਬੋਡੀ ਉਹ 'ਚੋਂ ਪ੍ਰੋਟੀਨ ਸੋਰਸ 'ਚੋਂ ਆਪਣਾ ਅਸਰ ਕੱਢਦੀ, ਬਾਕੀ ਟੋਇਲਟ ਰਾਹੀਂ ਬਾਹਰ ਕੱਢ ਦਿੰਦੀ। ਪਰ ਇਹ ਸਿਰਫ ਇੱਕ ਮਿੱਥ ਬਣਿਆ ਹੋਇਆ ਕਿ ਐਗ ਖਾਣ ਨਾਲ ਜਾਂ ਚਿਕਨ ਖਾਣ ਨਾਲ ਹੀ ਬੋਡੀ ਬਣਨੀ, ਨਹੀਂ। ਬੋਡੀ ਪ੍ਰੋਟੀਨ ਸੋਰਸ ਨਾਲ ਬਣਨੀ ਆ। ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਉਦਾਹਰਨ ਦਿੱਤੀ ਬਾਈਕ ਦੀ, ਕਿ ਬਾਈਕ ਨੂੰ ਚੱਲਣ ਲਈ ਪੈਟਰੋਲ ਚਾਹੀਦਾ, ਕਿਤੇ ਉਹ ਮਰਜ਼ੀ ਦੇ ਦਿਓ। ਇੱਦਾਂ ਸਾਡੀ ਬੋਡੀ ਆ, ਉਹਨੂੰ ਪ੍ਰੋਟੀਨ ਸੋਰਸ ਚਾਹੀਦੇ ਆ। ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਜਾਂ ਤੁਹਾਨੂੰ ਜਿਹੜਾ ਗਾਈਡ ਕਰ ਰਿਹਾ, ਤੁਹਾਡਾ ਅੱਛਾ ਜਿਹੜਾ ਟ੍ਰੇਨਰ ਆ, ਉਹ ਤੁਹਾਨੂੰ ਸੁਜੈਸਟ ਕਰੇ, ਅਤੇ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਜੈਨੂਨ ਹੋਵੇ। ਤੁਸੀਂ ਵੀਰ ਜੀ, ਇੱਕ ਜਿਵੇਂ ਆਪਾਂ ਦੇਖਦੇ ਹਾਂ ਹਰਮਿੰਦਰ ਜੀ, ਅੱਜ ਕੱਲ੍ਹ ਬਹੁਤ ਜਲਦੀ ਰਾਤੋਂ ਰਾਤ ਬੰਦਾ ਕਹਿੰਦਾ ਵੀ ਮੈਂ ਬੋਡੀ ਬਣਾ ਲਵਾਂ, ਭਾਵੇਂ ਮੇਰੇ ਵਾਂ ਕਿਤੇ ਮਹੀਨੇ 15 ਦਿਨ ਵੀ ਲਾਏ ਹੋਣ, ਤਾਂ ਆਪਾਂ ਸ਼ੀਸ਼ੇ 'ਚ ਖੜ੍ਹ ਕੇ ਡੋਲੇ ਦੇਖੀਦੇ ਆਪਣੇ ਵੀ ਕੋਈ ਫਰਕ ਪਿਆ ਕਿ ਨਹੀਂ ਪਿਆ। ਤਾਂ ਆਪਾਂ ਜਲਦੀ ਜਿਹੜੀ ਸ਼ਾਰਟਕਟ ਰਸਤੇ ਅਪਣਾ ਰਹੇ ਹਾਂ, ਸਟੀਰੋਇਡ ਕੀ ਹੈ ਮੈਂ ਜਾਣਨਾ ਚਾਹੂੰਗਾ, ਕਿਉਂਕਿ ਉਸ ਦਾ ਵੀ ਇਸਤੇਮਾਲ ਬਹੁਤ ਜ਼ਿਆਦਾ ਅੱਜ ਕੱਲ੍ਹ ਨੌਜਵਾਨ ਕਰ ਰਹੇ। ਦੇਖੋ, ਇਨਸਾਨੀ ਫਿਤਰਤ ਕੀ ਆ, ਮੈਂ ਇਨਸਾਨ ਆ, ਤੁਸੀਂ ਇਨਸਾਨ ਆ, ਅਸੀਂ ਸਾਰੇ ਇਨਸਾਨ ਆ। ਸਾਡੀ ਫਿਤਰਤ ਕੀ ਆ, ਅਸੀਂ ਹਰ ਚੀਜ਼ ਜਲਦਬਾਜ਼ੀ 'ਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿ ਸਾਨੂੰ ਨਹੀਂ ਪਤਾ ਜਿਹੜੀ ਸਾਹਮਣੇ ਵਾਲੀ ਸਾਡੀ ਬੋਡੀ ਆ, ਸਾਡੀ ਕੋਈ ਸਾਹਮਣੇ ਸਰੀਰ ਖੜਾ, ਉਹਦੇ ਪਿੱਛੇ ਕਿੰਨਾ ਕੁ ਹਾਰਡ ਵਰਕ ਹੋਇਆ। ਇਹ ਤੁਸੀਂ ਵੀ ਸਮਝਦੇ ਆ ਕਿ ਹਰ ਰਾਤ ਦੇ ਪਿੱਛੇ, ਹਰ ਦਿਨ ਦੇ ਪਿੱਛੇ ਇੱਕ ਹਨੇਰੀ ਰਾਤ ਆ, ਅਤੇ ਹਰ ਇੱਕ ਸਕਸੈਸ ਬੰਦੇ ਪਿੱਛੇ ਹਾਰਡ ਵਰਕ ਆ। ਉਹ ਚਾਹੇ ਸਾਡੀ ਬੋਡੀ ਹੋਵੇ, ਚਾਹੇ ਕੋਈ ਵੀ ਲਾਈਨ ਹੋਵੇ, ਕਿਸੇ ਵੀ, ਕੋਈ ਪੋਲੀਟੀਸ਼ੀਅਨ ਹੋਵੇ, ਕੋਈ ਸੈਲੀਬ੍ਰਿਟੀ ਹੋਵੇ। ਸੋ ਇੱਦਾਂ ਹੀ ਬੋਡੀ ਬਿਲਡਿੰਗ ਆ। ਬੋਡੀ ਬਿਲਡਿੰਗ ਜੇ ਅਸੀਂ ਸਟੀਰੋਇਡ ਨੂੰ ਯੂਜ਼ ਕਰਨਾ ਆ, ਤਾਂ ਪਹਿਲੀ ਤਾਂ ਗੱਲ ਅਸੀਂ ਉਹਦੀ ਸਲਾਹ ਨਹੀਂ ਦਿੰਦੇ। ਦੂਸਰੀ ਗੱਲ, ਉਹ ਇੱਕ ਪ੍ਰੋਫੈਸ਼ਨਲ ਲੈਵਲ ਦੀਆਂ ਚੀਜ਼ਾਂ ਆ। ਸਟੀਰੋਇਡ ਯੂਜ਼ ਕਰਨ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਹਾਡੀ ਬੋਡੀ 'ਚ ਜਿਹੜੀ ਡਾਈਟ ਆ ਉਹ ਕਿੰਨੀ ਜਾ ਰਹੀ ਆ। ਡਾਈਟ ਦੇ ਨਾਲ ਤੁਹਾਡੀ ਉਹ ਡਾਈਟ ਨੂੰ ਪਹੁੰਚਾਉਣ ਲਈ ਤੁਸੀਂ ਕਿੰਨਾ ਵਰਕਆਊਟ ਕਰ ਰਹੇ, ਐਕਸਰਸਾਈਜ਼ ਕਿੰਨੀ ਕਰ ਰਹੇ। ਫਿਰ ਉਸ ਤੋਂ ਬਾਅਦ, ਇਹ ਕੁਝ ਸਾਲਾਂ ਦੀਆਂ ਗੱਲਾਂ ਆ, ਉਸ ਤੋਂ ਬਾਅਦ ਕੁਝ ਸਾਲ ਬਾਅਦ, 3 ਤੋਂ 4 ਸਾਲ ਬਾਅਦ, ਜਦੋਂ ਤੁਹਾਡੀ ਜ਼ਰੂਰਤ ਨਹੀਂ ਪੂਰੀ ਹੁੰਦੀ ਡਾਈਟ ਤੋਂ, ਫਿਰ ਤੁਸੀਂ ਜਿਹੜੇ ਸਪਲੀਮੈਂਟ ਆ, ਜੈਨੂਨ ਸਪਲੀਮੈਂਟ ਆ, ਉਹ ਯੂਜ਼ ਕਰੋ। ਉਸ ਤੋਂ ਬਾਅਦ ਤੁਹਾਨੂੰ 5 ਤੋਂ 6 ਸਾਲ ਦਾ ਸਮਾਂ ਹੋ ਜਾਂਦਾ। ਫਿਰ ਤੁਸੀਂ ਜੇ ਪ੍ਰੋਫੈਸ਼ਨਲ ਲੈਵਲ 'ਤੇ ਆਉਣਾ ਚਾਹੁੰਦੇ, ਕਿਸੇ ਡਾਕਟਰ ਅੰਡਰ ਆਪਣੇ ਪ੍ਰੋਪਰ ਬਲੱਡ ਟੈਸਟ ਕਰਵਾ ਕੇ ਕਰੋ। ਅਦਰਵਾਈਜ਼ ਜੇ ਤੁਸੀਂ ਪਹਿਲੇ ਦਿਨ ਜਿਮ ਜਾਓਗੇ ਤਾਂ ਤੁਸੀਂ ਕਹੋਗੇ ਕਿ ਮੈਂ ਅੱਜ ਫਸਟ ਕਲਾਸ 'ਚ ਹਾਂ, ਪਹਿਲੀ ਜਮਾਤ 'ਚ, ਤਾਂ ਮੈਂ ਸਿੱਧੀ 10ਵੀਂ ਕਰ ਲਾਂ। ਫਿਰ ਤੁਹਾਨੂੰ ਵੀ ਪਤਾ ਉਹ ਨਹੀਂ ਹੋਣੀ, ਫਿਰ ਤੁਹਾਡਾ ਨੁਕਸਾਨ ਹੀ ਹੋਣਾ। ਤਾਂ ਸਮਾਜ 'ਚ ਇੱਦਾਂ ਦੇ ਬੰਦੇ ਬੈਠੇ ਆ ਕਿ ਉਹ ਚੀਜ਼ ਕਹਿੰਦੇ ਕੋਈ ਗੱਲ ਨਹੀਂ, ਤੂੰ ਅੱਜ ਪਹਿਲੀ ਕਲਾਸ 'ਚ ਆਇਆ, ਪਹਿਲੀ ਜਮਾਤ 'ਚ ਆਇਆ, ਮੈਂ ਤੈਨੂੰ 10ਵੀਂ ਕਰਵਾ ਦੂੰਗਾ, ਵੀ ਤੂੰ ਆਹ ਚੀਜ਼ ਯੂਜ਼ ਕਰ, ਤੇਰੀ ਬੋਡੀ ਬਣ ਜੂਗੀ। ਜਿਹੜੀ ਇੱਕ ਬੋਡੀ ਬਿਲਡਰ ਦੀ ਮਿਹਨਤ ਆ, ਕਈ ਸਾਲਾਂ ਦੀ ਆ, 10-15 ਸਾਲਾਂ ਦੀ ਆ, ਉਹ ਵੱਖ-ਵੱਖ ਤੁਸੀਂ ਕਿੱਥੋਂ ਤੈਅ ਕਰ ਲਓਗੇ, ਉਹ ਗਲਤ ਆ ਸਾਰਾ। ਤੁਹਾਨੂੰ ਸਿਰਫ ਤੇ ਸਿਰਫ ਜੇ ਬੋਡੀ ਬਣਾਉਣੀ ਆ, ਫੋਕਸ ਕਰਨਾ ਡਾਈਟ 'ਤੇ, ਡਾਈਟ ਨੂੰ ਪਹੁੰਚਾਉਣ ਲਈ ਐਕਸਰਸਾਈਜ਼ ਤੋਂ ਬਾਅਦ 3 ਤੋਂ 4 ਸਾਲ ਦਾ ਸਮਾਂ ਦਿਓ। ਡਾਈਟ ਅਤੇ ਐਕਸਰਸਾਈਜ਼ ਦੋਨੇ ਕਰਨ ਤੋਂ ਬਾਅਦ 3 ਤੋਂ 4 ਸਾਲ ਦਾ ਸਮਾਂ, ਫਿਰ ਆਓ ਸਪਲੀਮੈਂਟ 'ਤੇ। ਸਪਲੀਮੈਂਟ ਵੀ ਤਾਂ ਜ਼ਰੂਰੀ ਆ ਜੇ ਤੁਹਾਡੀ ਡਾਈਟ ਤੋਂ ਤੁਹਾਨੂੰ ਪੂਰਾ ਕੁਛ ਨਹੀਂ ਹੋ ਰਿਹਾ। ਅਤੇ ਜਿਹੜੇ ਸਟੀਰੋਇਡ ਆ, ਇਹ ਸਿਰਫ ਤੇ ਇੱਕ ਹੈਲਪਿੰਗ ਹੈਂਡ ਆ, ਤੁਹਾਡੀ ਡਾਈਟ ਰਾਹੀਂ ਹੀ ਕੰਮ ਕਰਦੇ ਆ। ਖਤਰਨਾਕ ਤੋਂ ਮੈਂ ਤੁਹਾਨੂੰ ਕਰਾਂ ਕਿ ਜੇ ਸਟੀਰੋਇਡ ਦੀ ਅਸੀਂ ਗੱਲ ਕਰਦੇ ਕਿ ਜੇ ਸਟੀਰੋਇਡ ਨਾਲ ਬੋਡੀ ਬਣਦੀ ਇੱਕ ਗੱਲ ਆ, ਫਿਰ ਡਾਕਟਰਾਂ ਨੂੰ ਤਾਂ ਸਾਰਾ ਕੁਛ ਪਤਾ ਹੁੰਦਾ ਇਸ ਬਾਰੇ। ਕੈਮਿਸਟ ਸ਼ਾਪ ਵਾਲਿਆਂ ਨੂੰ, ਦਵਾਈਆਂ ਦੀ ਦੁਕਾਨ ਵਾਲਿਆਂ ਨੂੰ ਸਾਰਾ ਕੁਛ, ਉਹ ਕਿਉਂ ਨਹੀਂ ਬੋਡੀ ਬਿਲਡਰ ਬਣ ਜਾਂਦੇ? ਉਹ ਵੀ ਬੋਡੀ ਬਿਲਡਰ ਬਣਨ, ਉਹ ਕਿਉਂ ਨਹੀਂ ਬਣਦੇ? ਕਿਉਂਕਿ ਉਹਨਾਂ ਦਾ ਰੂਟੀਨ ਨਹੀਂ ਹੁੰਦਾ। ਅਤੇ ਰਹੀ ਖਤਰਨਾਕ ਇਹ ਓਨਾ ਹੀ ਆ ਕਿ ਜਿੰਨਾ ਇੱਕ ਜ਼ਹਿਰ ਨੂੰ ਲੈ ਲੈਣਾ, ਅਤੇ ਇਹਨੂੰ ਅਸੀਂ ਇੱਕ ਥੋੜ੍ਹਾ ਕਰਕੇ ਜ਼ਹਿਰ ਲੈ ਰਹੇ, ਕਹਿ ਲਓ ਇੱਕ ਮਿੱਠਾ ਜ਼ਹਿਰ ਆ, ਬਟ ਇਹ ਤੁਹਾਡੀਆਂ ਕਿਡਨੀਆਂ, ਤੁਹਾਡੇ ਲੀਵਰ,
ਫੇਫੜੇ 'ਤੇ ਇਫੈਕਟ ਪਾ ਸਕਦਾ। ਤੁਸੀਂ ਸਦਾ ਲਈ ਵੀ ਕਿਸੇ ਪ੍ਰੋਬਲਮ 'ਚ ਘਿਰ ਸਕਦੇ ਆ। ਬਟ ਇਹਨੂੰ ਅਸੀਂ ਹਰ ਇੱਕ ਜੋ ਵੀ ਮੇਰੇ ਕੋਲ ਬੱਚਾ ਆ ਰਿਹਾ, ਮੇਰਾ ਸੀਨੀਅਰ ਆ ਜਾਂ ਜੂਨੀਅਰ ਆ, ਅਸੀਂ ਉਹਨੂੰ ਨਹੀਂ ਸਲਾਹ ਦੇਵਾਂਗੇ, ਨਾ ਹੀ ਅਸੀਂ ਦਿੰਦੇ ਹਾਂ, ਨਾ ਪਹਿਲਾਂ ਨਾ ਹੁਣ। ਸਿਰਫ ਤੇ ਜੇ ਫੋਕਸ ਕਰਨਾ ਡਾਈਟ ਤੇ ਐਕਸਰਸਾਈਜ਼ ਤੇ ਜੇ ਪ੍ਰੋਫੈਸ਼ਨਲ ਲੈਵਲ ਤੇ ਜਾਣਾ ਕਿਸੇ ਡਾਕਟਰ ਅੰਡਰ ਜਾਓ, ਉਹ ਆਪਣੇ ਬਲੱਡ ਚੈੱਕਅਪ ਕਰਾਓ, ਦੈਨ ਤੁਸੀਂ ਕਰ ਸਕਦੇ। ਅਦਰਵਾਈਜ਼ ਫਿਰ ਵੀ ਮੇਰੇ ਕੋਲ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਹੈਗੀਆਂ। ਖੁਦ ਦੇ ਮੇਰੇ ਸਟੂਡੈਂਟ ਜਿਹੜੇ ਹੈਗੇ ਮਿਸਟਰ ਏਸ਼ੀਆ ਤੱਕ ਜੂਨੀਅਰ ਕੈਟਾਗਰੀ 'ਚ 18 ਸਾਲ ਦਾ ਇੱਕ ਲੜਕਾ ਆ, ਉਹਨੇ ਏਸ਼ੀਆ 'ਚ ਮੈਡਲ ਜਿੱਤ ਲਿਆ ਸਬ ਜੂਨੀਅਰ ਕੈਟਾਗਰੀ 'ਚ 18 ਸਾਲ ਤੱਕ। ਕਿ ਉਹਨੇ ਸਿਰਫ ਡਾਈਟ ਅਤੇ ਐਕਸਰਸਾਈਜ਼ ਤੋਂ, ਕਿਉਂਕਿ ਇੱਕ ਸਮਾਜ 'ਚ ਪਿਕਚਰ ਕ੍ਰੀਏਟ ਕਰ ਦਿੱਤੀ ਗਈ ਵੀ ਸਟੀਰੋਇਡ ਆ ਤਾਂ ਤੁਸੀਂ ਇੱਦਾਂ ਦੀ ਬੋਡੀ ਬਣਾ ਲਓਗੇ। ਮੈਂ ਪਹਿਲਾਂ ਵੀ ਗੱਲ ਕੀਤੀ, ਸਟੀਰੋਇਡ ਨਾਲ ਬੋਡੀ ਬਣਦੀ ਹੋਈ, ਲੋਕਾਂ ਕੋਲ ਤਾਂ ਪੈਸਾ ਬੜਾ, ਲੋਕ ਤਾਂ ਰਾਤੋਂ ਰਾਤ ਮਸਲ ਬਣਾ ਲੈਣ, ਕਿਉਂ ਨਹੀਂ ਬਣਦੇ? ਬਹੁਤ ਕਰੋੜਾਪਤੀ ਲੋਕ ਬੈਠੇ, ਬਟ ਉਹਦੇ ਵਿੱਚ ਡਾਈਟ ਜ਼ਰੂਰੀ ਹੈ, ਐਕਸਰਸਾਈਜ਼ ਜ਼ਰੂਰੀ ਹੈ। ਕਹਿੰਦੇ ਨਸ਼ਾ ਬਹੁਤ ਆ ਗਿਆ, ਕਬੱਡੀ ਦੇ ਖਿਡਾਰੀਆਂ ਦੇ ਉੱਤੇ ਵੀ ਇੱਦਾਂ ਦੇ ਇਲਜ਼ਾਮ ਲੱਗਦੇ ਨੇ, ਡੋਪ ਦੇ ਵਿੱਚ ਫਸਦੇ ਨੇ, ਹਰ ਗੇਮ ਦੇ ਵਿੱਚ ਨਸ਼ਾ ਆ ਗਿਆ, ਬੋਡੀ ਬਿਲਡਿੰਗ ਦੇ ਵਿੱਚ ਵੀ ਕਹਿੰਦੇ ਨਸ਼ਾ ਹੈਗਾ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੀ? ਦੇਖੋ, ਅਸੀਂ ਹਰੇਕ ਨੂੰ ਦੇਖ ਕੇ ਕਦੀ ਜੱਜ ਨਹੀਂ ਕਰ ਸਕਦੇ। ਅੱਜ ਅਸੀਂ ਬੈਠੇ ਹਾਂ, ਮੈਂ ਕੀ ਖਾਣਾ ਖਾਧਾ, ਤੁਸੀਂ ਕੀ ਖਾਣਾ ਖਾਧਾ, ਕੀ ਪਾਣੀ ਪੀਤਾ, ਅਸੀਂ ਆਪਣੇ ਘਰ ਜਾ ਕੇ ਨਹੀਂ ਦੱਸਦੇ। ਇੱਦਾਂ ਹੀ ਅਸੀਂ ਕਿਸੇ ਦੀ, ਸਾਡੀ ਫੈਮਿਲੀ ਕੀ ਘਰੇ ਖਾ ਰਹੀ, ਮੇਰੀ ਫੈਮਿਲੀ ਕੀ ਖਾ ਰਹੀ, ਅਸੀਂ ਨਹੀਂ ਦੱਸਦੇ, ਉਹ ਨਹੀਂ ਸਾਨੂੰ ਦੱਸਣਗੇ ਜਾਂ ਅਸੀਂ ਨਹੀਂ ਦੱਸਾਂਗੇ। ਤਾਂ ਅਸੀਂ ਕਿਸੇ ਦਾ ਆਈਡੀਆ ਕਿੱਦਾਂ ਲਗਾ ਲਾਂਗੇ? ਸਭ ਤੋਂ ਪਹਿਲਾਂ ਵੀ ਉਹਦੀ ਬੋਡੀ ਅੰਦਰ ਸਟੀਰੋਇਡ ਗਿਆ ਜਾਂ ਨਸ਼ਾ ਗਿਆ। ਬੋਡੀ ਤੋਂ ਅਸੀਂ ਜੱਜ ਨਹੀਂ ਕਰ ਸਕਦੇ। ਹਾਂ, ਜੇ ਕੋਈ ਡੋਪ ਟੈਸਟ ਫਸਦਾ ਆ, ਉਹ ਚੀਜ਼ਾਂ ਨੁਕਸਾਨਦਾਇਕ ਆ, ਉਹਨਾਂ ਦੇ ਨਾਲ ਕੀ ਹੁੰਦਾ ਹੈ, ਸਾਡੀ ਬੋਡੀ ਨੂੰ ਪ੍ਰੋਬਲਮ ਆਉਂਦੀਆਂ ਆ। ਅਤੇ ਮੇਰੀ ਇਹੀ ਰਾਏ ਰਹੂਗੀ ਕਿ ਉਹਨਾਂ ਚੀਜ਼ਾਂ ਤੋਂ, ਜਿਹੜੇ ਹੁਣ ਬੋਡੀ ਬਿਲਡਿੰਗ 'ਤੇ ਜਿਹੜੇ ਕਬੱਡੀ 'ਚ ਯੂਜ਼ ਹੋਣ ਵਾਲੀਆਂ ਚੀਜ਼ਾਂ, ਉਹ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ। ਆਮ ਤੌਰ 'ਤੇ ਕੀ ਯੂਜ਼ ਕਰਦੇ ਜਿਹੜੇ ਕਬੱਡੀ ਦੇ ਪਲੇਅਰ ਜਾਂ ਕੋਈ ਹੋਰ ਗੇਮ ਦੇ ਪਲੇਅਰ, ਉਹ ਕੀ ਯੂਜ਼ ਕਰਦੇ ਆ? ਜਿਹੜੀਆਂ ਚੀਜ਼ਾਂ ਸਪੀਡ ਵਧਾਉਂਦੀਆਂ, ਉਹ ਚੀਜ਼ਾਂ ਬੰਦਿਆਂ ਲਈ ਨਹੀਂ ਬਣੀਆਂ। ਕੋਈ ਡਾਕਟਰ ਕੋਈ ਰეკਮੈਂਡ ਨਹੀਂ ਕਰਦਾ, ਆਪ ਹੀ ਜਿਹੜੇ ਮੁੰਡੇ ਆ ਉਹ ਯੂਜ਼ ਕਰ ਲੈਂਦੇ ਆ। ਜਿੱਦਾਂ ਜਾਨਵਰਾਂ ਦੇ ਕੁਛ ਚੀਜ਼ਾਂ ਯੂਜ਼ ਹੁੰਦੀਆਂ, ਵੈਟਨਰੀ ਜਿਹਨੂੰ ਅਸੀਂ ਕਹਿੰਦੇ ਉਹ ਯੂਜ਼ ਕਰਨ ਵਾਲੀ ਚੀਜ਼ਾਂ ਉਹ ਯੂਜ਼ ਕਰ ਲੈਂਦੇ, ਉਹਨਾਂ ਨਾਲ ਉਹਦੀ ਹਾਰਟ ਬੀਟ ਵੱਧ ਜਾਂਦੀ ਆ। ਅਤੇ ਨਸ਼ਾ ਕੀ ਉਹਨੂੰ ਕਹਿੰਦੇ? ਨਸ਼ਾ ਉਦੋਂ ਲੱਗਦਾ ਹੈ ਜਦੋਂ ਉਹਨਾਂ ਦੀ ਆਦਤ ਪੈ ਜਾਂਦੀ ਆ। ਉਹ ਨਸ਼ਾ ਨਹੀਂ ਹੁੰਦਾ, ਉਹਨਾਂ ਦੀ ਆਦਤ ਪੈ ਜਾਂਦੀ ਆ, ਰੋਜ਼ ਬੋਡੀ ਉਹ ਚੀਜ਼ ਦੀ ਡਿਮਾਂਡ ਕਰਦੀ ਆ। ਉਹਦੇ ਨਾਲ ਫਿਰ ਹਾਰਟ ਅਟੈਕ ਵਰਗੀਆਂ ਬਿਮਾਰੀਆਂ, ਔਨ ਸਪੌਟ ਡੈਥ ਹੋ ਜਾਣੀ। ਹੁਣ ਤੁਸੀਂ ਦੇਖੋ, ਇੱਕ ਚੀਜ਼ ਜਾਨਵਰ ਦੇ ਲੱਗ ਰਹੀ, ਸਾਡੇ ਤਾਂ ਜਾਨਵਰ ਦੇ ਬੋਡੀ ਵੇਟ 'ਚ ਹੀ ਫਰਕ ਆ। ਇੱਕ ਚੀਜ਼ ਘੋੜੇ ਦੇ ਯੂਜ਼ ਹੋ ਰਹੀ, ਉਹ ਇਨਸਾਨ ਦੇ ਯੂਜ਼ ਹੋ ਜਾਊਗੀ, ਅਤੇ ਤੁਹਾਡਾ ਹਾਰਟ ਕੀ ਕਰੂਗਾ? ਉਹ ਫਿਰ ਜ਼ਿਆਦਾ ਪੰਪ ਕਰੂਗਾ, ਉਹ ਕੋ ਕੰਟਰੋਲ ਹੀ ਹੋਣਾ, ਉਹਨੇ ਫਟ ਜਾਣਾ, ਹਾਰਟ ਅਟੈਕ ਹੋ ਗਿਆ, ਬੰਦੇ ਦੀ ਡੈਥ ਹੋ ਗਈ। ਸੋ ਪਹਿਲਾਂ ਤਾਂ ਅਸੀਂ ਕਿਸੇ ਦੀ ਬੋਡੀ ਬਾਰੇ ਦੇਖ ਕੇ ਆਈਡੀਆ ਹੀ ਨਹੀਂ ਲਗਾ ਸਕਦੇ ਕਿ ਉਹਦੀ ਬੋਡੀ ਦੇ ਵਿੱਚ ਕੀ ਗਿਆ। ਕਹਿਣਾ ਹੀ ਬੜਾ ਈਜ਼ੀ ਆ। ਮੈਂ ਪਹਿਲਾਂ ਵੀ ਤੁਹਾਨੂੰ ਐਗਜ਼ਾਮਪਲ ਦਿੱਤੀ, ਅਸੀਂ ਆਪਣੇ ਬਾਰੇ ਨਹੀਂ ਦੱਸ ਪਾਉਂਦੇ, ਅਸੀਂ ਕਿਸੇ ਬਾਰੇ ਕਿੱਥੋਂ ਆਈਡੀਆ ਲੈ ਲਾਂਗੇ। ਸੋ ਨਸ਼ਾ ਜਿਹੜਾ ਆ, ਉਹ ਮੈਂ ਤਾਂ ਸਾਰਿਆਂ ਨੂੰ ਇਹ ਸਲਾਹ ਦਊਂਗਾ ਕਿ ਇਹਨਾਂ ਚੀਜ਼ਾਂ ਤੋਂ ਬਚੋ। ਡਾਈਟ 'ਤੇ ਜ਼ਿਆਦਾ ਜ਼ਰੂਰੀ, ਕਿਉਂਕਿ ਸ਼ਾਰਟਕਟ ਆ ਗਿਆ। ਤੁਸੀਂ ਪਹਿਲਾਂ ਮੈਨੂੰ ਕੁਐਸਚਨ ਕੀਤਾ ਕਿ ਸ਼ਾਰਟਕਟ ਆ ਗਿਆ, ਸ਼ਾਰਟਕਟ ਕਰਕੇ ਇਹ ਹੁੰਦਾ ਆ। ਤੁਹਾਨੂੰ ਪਤਾ, ਜਦੋਂ ਅਸੀਂ ਸ਼ਾਰਟਕਟ ਰਸਤੇ ਜਾਂਦੇ ਹਾਂ, ਅਸੀਂ ਜਾ ਕੇ ਮੁਸੀਬਤਾਂ 'ਚ ਫਸ ਜਾਂਦੇ ਹਾਂ। ਪਹੁੰਚ ਜਾਂਦੇ ਹਾਂ ਅਸੀਂ ਮੰਜ਼ਿਲ 'ਤੇ, ਪਰ ਪਹੁੰਚ ਕੇ ਸਾਡੇ ਕੋਲ ਜਿਹੜੀ ਮੰਜ਼ਿਲ ਆ, ਉਹ ਸਾਡੇ ਕੋਲ ਬੈਲੈਂਸ ਨਹੀਂ ਹੁੰਦੀ। ਇਸ ਕਰਕੇ ਅਸੀਂ ਫਿਰ ਪਿੱਛੇ ਆਏ ਨੇ। ਸ਼ਾਰਟਕਟ ਦੇ ਨਾਲ ਹੀ ਤੁਹਾਨੂੰ ਬਿਮਾਰੀਆਂ ਵੀ ਆ ਜਾਣੀਆਂ। ਸੋ ਸਮਾਂ ਲਗਾਓ ਉਸ ਚੀਜ਼ 'ਤੇ, ਉਹਨੂੰ ਲੰਬਾ ਚਲਾਓ। ਤੁਸੀਂ ਉਹ ਚੀਜ਼ ਨੂੰ ਜਿੰਨਾ ਲੰਬਾ ਚਲਾਓਗੇ, ਓਨਾ ਹੀ ਉਹਦਾ ਬੈਕਅਪ ਤੁਹਾਨੂੰ ਲੰਬਾ ਆਊਗਾ। ਅੱਛਾ, ਤੁਹਾਡੇ ਬਾਰੇ ਭਾਈ ਸੋਸ਼ਲ ਮੀਡੀਆ 'ਤੇ ਇੱਕ ਗੱਲ ਦਾ ਹੋਰ ਬੜਾ ਜਿਹੜੀ ਗੱਲ ਹੈ ਉਹ ਲਿਖੀ ਜਾਂਦੀ ਹੈ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਡੋਲੇ ਵਾਲਾ ਹਰਮਿੰਦਰ ਦੁੱਲੋਵਾਲ ਹੈ। ਕਿੰਨੇ ਸਾਈਜ਼ ਦਾ ਡੋਲੇ ਦਾ ਸਾਈਜ਼ ਕੀ ਹੈ? ਮੇਰਾ ਹੋਮ ਬਾਈਸੈਪ ਜਿਹੜਾ ਹੈਗਾ ਉਹ 20 ਇੰਚ ਦਾ ਹੈਗਾ। ਐਕਸਰਸਾਈਜ਼ ਕਰਕੇ ਕੋਈ 1 ਤੋਂ 1.5 ਇੰਚ ਦਾ ਫਰਕ ਹੈ। ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਰੂਟੀਨ 'ਚ, ਪੰਪਿੰਗ ਹੋ ਜਾਂਦੀ ਜਦੋਂ ਮਸਲ ਦੀ, ਉਦੋਂ 1 ਇੰਚ ਦੇ ਆਸ-ਪਾਸ ਫਰਕ ਆ ਜਾਂਦਾ ਆ। ਸੋ ਇਹਦੇ ਵਿੱਚ ਜੇ ਮੈਂ ਰੋਲ ਕਵਾਂ ਸਾਰਾ ਰੂਟੀਨ ਦੀ ਡਾਈਟ ਦਾ, ਮਤਲਬ ਦਿਨ ਦੇ ਮੇਰੇ 6 ਤੋਂ 8 ਮੀਲ ਹੈਗੇ ਆ। ਦੱਸ ਦਿਓ, ਕਿਉਂਕਿ ਅੱਜ ਇੰਟਰਵਿਊ ਦਾ ਮਕਸਦ ਤੁਹਾਡੀ ਜਿਸ ਜ਼ਿੰਦਗੀ ਦੇ ਨਾਲ ਰਿਲੇਟਡ ਹੈ। ਮੇਰਾ ਮਕਸਦ ਇਹ ਹੈ ਵੀ ਜਿਹੜੇ ਨੌਜਵਾਨ ਦੇਖ ਰਹੇ ਨੇ, ਕੁਝ ਨਾ ਕੁਝ ਜ਼ਰੂਰ ਸਿੱਖਣ ਹੋ, ਔਰ ਤੁਹਾਡੇ ਵੀ ਹਿੱਸੇ ਸੇਵਾ ਹੀ ਮੈਨੂੰ ਲੱਗਦਾ ਵੀ ਆਊਗੀ। ਵੀ ਜ਼ਰੂਰ ਦੱਸਿਓ ਮੀਲ ਦੇ ਵਿੱਚ ਲੈਣੇ ਕੀ। ਉਹ ਪਹਿਲਾਂ ਡੋਲੇ ਵਾਲੀ ਗੱਲ ਕਲੀਅਰ ਕਰ ਦਿਓ ਵੀ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੂੰ ਸਾਈਜ਼ ਜਿਹੜਾ ਨਾਪਦੇ ਹੈ, ਕਿੰਨਾ ਕੁ ਵੱਡਾ ਡੋਲ ਹੈ ਅੱਜ ਤੱਕ ਤੁਸੀਂ ਦੇਖਿਆ ਅੱਗੇ, ਜਾਂ ਕਦੀ ਹੋਇਆ ਸਾਹਮਣੇ ਕੁਛ ਆਈ ਇੱਦਾਂ ਦੇ? ਇੱਦਾਂ ਦੇ ਤਾਂ ਬਹੁਤ ਸਾਰੇ ਹੈਗੇ। ਮੈਂ ਇਕੱਲਾ ਹੀ ਇਨਸਾਨ ਨਹੀਂ ਹੈਗਾ, ਮੈਂ ਤਾਂ ਤੁਹਾਡੇ ਵਾਂਗੂ ਹੀ ਕੁਦਰਤ ਦਾ ਬਣਾਇਆ ਇੱਕ ਹੀ ਸ਼ਖਸ ਹੈਗਾ। ਪਰ ਹੋਰ ਵੀ ਕਾਫੀ ਹੈਗੇ ਸਾਡੇ ਸੀਨੀਅਰ ਜੂਨੀਅਰ। ਤਾਂ ਬਾਕੀ ਕਹਿ ਲਓ ਕਿ ਤੁਹਾਡੇ ਵਰਗੇ ਵੱਡੇ ਭਰਾਵਾਂ ਨੇ ਸਪੋਰਟ ਦਿੱਤੀ, ਥੋੜ੍ਹੀ ਚੀਜ਼ ਅੱਗੇ ਆ ਗਈ। ਸੋ ਬਾਈਸੈਪ ਜਿਹੜਾ ਆ ਉਹ 20 ਇੰਚ ਦੇ ਕਰੀਬ ਹੈਗਾ। ਜਦੋਂ ਮੈਂ ਹੁਣ ਵੀ ਆ, ਇੰਨਾ ਰਹੂਗਾ। ਐਕਸਰਸਾਈਜ਼ ਦੇ ਵਿੱਚ 1 ਇੰਚ ਦਾ ਵਾਧਾ ਹੋ ਜਾਂਦਾ। ਅਤੇ ਜਿਹੜੀ ਡਾਈਟ ਦੀ ਗੱਲ ਕਰਦੇ, ਡਾਈਟ ਮੇਰਾ ਸੁਬਾਹ ਜਿਹੜਾ ਮੀਲ ਹੁੰਦਾ, ਮੈਂ ਉਹਨੂੰ ਜਲਦੀ 'ਚ ਖ਼ਤਮ ਕਰ ਦੂੰਗਾ। ਸਵੇਰੇ ਮੈਂ ਪਹਿਲਾਂ ਸਭ ਤੋਂ ਉੱਠ ਕੇ ਪਹਿਲਾਂ ਪਾਣੀ ਪੀਣਾ, ਸਿੰਪਲ ਪਾਣੀ ਲੈਣਾ। ਪਾਣੀ ਨਾਲ ਕੀ ਹੁੰਦਾ, ਮੇਰੇ ਜਿਹੜੇ ਰਾਤ ਦਾ ਖਾਣਾ ਖਾਧਾ ਆ, ਜਾਂ ਜਿਹੜਾ ਮੇਰਾ ਯੂਰਿਕ ਐਸਿਡ ਆ ਜਿਹਦੀ ਪਹਿਲਾਂ ਗੱਲ ਕੀਤੀ ਅਸੀਂ, ਉਹ ਘੱਟਦਾ, ਗੰਦਗੀ ਬੋਡੀ ਦੀ ਬਾਹਰ ਨਿਕਲਦੀ। ਉਸ ਤੋਂ ਬਾਅਦ ਮੇਰਾ ਪਹਿਲਾ ਮੀਲ ਸਟਾਰਟ ਹੁੰਦਾ ਆ। ਉਹ ਪਹਿਲੇ ਮੀਲ 'ਚ ਮੈਂ ਰਾਤ ਦੇ ਭਿਗੋਏ ਹੋਏ ਬਦਾਮ, ਅਖਰੋਟ ਜਿਹੜੇ ਹੁੰਦੇ ਉਹਨਾਂ ਨੂੰ, ਅਤੇ ਨਾਲ ਥੋੜ੍ਹੇ ਜਿਹੇ ਰਾਈਸ, ਕਾਬਜ਼ ਦਾ ਸੋਰਸ ਲੈ ਲੈਣਾ।
ਫਿਰ ਇੱਦਾਂ ਹੀ ਮੇਰਾ ਦੂਸਰਾ ਮੀਲ ਜਿਹੜਾ ਆਉਂਦਾ 2 ਤੋਂ 2.5 ਘੰਟੇ ਦਾ ਵਕਫਾ ਪਾ ਕੇ ਉਹਦੇ ਵਿੱਚ ਮੇਰਾ ਦਲੀਆ ਲੈ ਲੈਣਾ ਜਾਂ ਓਟਸ ਲੈ ਲੈਣਾ ਅਤੇ ਨਾਲ ਦੀ ਨਾਲ ਮੈਂ ਫਿਰ ਉਹੀ ਡਰਾਈ ਫਰੂਟ 'ਚੋਂ ਜਿਹੜੀ ਚੀਜ਼ ਸਵੇਰੇ ਲਈ ਹੁੰਦੀ ਉਹਨੂੰ ਚੇਂਜ ਕਰਕੇ ਅਤੇ ਉਸ ਦੇ ਨਾਲ ਜਿਹੜਾ ਮੈਂ ਇੱਕ ਨਾਰੀਅਲ ਦਾ ਤੇਲ ਯੂਜ਼ ਕਰਦਾ ਜਾਂ ਨਾਰੀਅਲ ਦੀ ਜਿਹੜੀ ਗਿਰੀ ਹੁੰਦੀ ਆ ਉਹ ਸਾਡੇ ਹਾਰਟ ਲਈ ਬਹੁਤ ਬੈਸਟ ਆ ਅਤੇ ਸਾਡੇ ਮਸਲ ਸਾਈਜ਼ ਨੂੰ ਉਹਦੇ 'ਚ MCTs ਹੁੰਦੇ ਮੀਡੀਅਮ ਚੇਨ ਟ੍ਰੈਗਲੀਸਾਈਡ ਸਾਡੇ ਮਸਲ ਨੂੰ ਬਹੁਤ ਜ਼ਿਆਦਾ ਫਲਫੀ ਰੱਖਦੀ ਆ। ਫਿਰ ਉਸ ਤੋਂ ਬਾਅਦ ਮੇਰਾ ਤੀਸਰਾ ਮੀਲ ਆਉਂਦਾ ਹਰ ਮੀਲ 'ਚ 2.5 ਤੋਂ 3 ਘੰਟੇ ਦਾ ਵਕਫਾ ਰਹੂ। ਤੀਸਰਾ ਮੀਲ ਜਿਹੜਾ ਆ ਜਾਊਗਾ ਉਹਦੇ ਵਿੱਚ ਮੇਰੇ ਸੇਮ ਜਿਹੜੇ ਪਹਿਲਾਂ ਵਾਲੇ ਸੋਰਸ ਸੁਬਾਹ ਮੀਲ ਲਿਆ ਉਸ ਵਾਲੇ ਰਹਿਣਗੇ। ਫਿਰ ਚੌਥਾ ਮੀਲ ਆ ਗਿਆ ਜਿਹੜਾ ਉਹ ਮੇਰਾ ਉਹੀ 2.5 ਤੋਂ 3 ਘੰਟੇ ਦਾ ਵਕਫਾ ਉਹ ਲੰਚ ਆ ਗਿਆ। ਉਹਦੇ ਵਿੱਚ ਮੈਂ ਰਾਈਸ ਜ਼ਰੂਰ ਖਾਣੇ, ਰਾਈਸ ਲੈਣੀ ਜਾਂ ਚਪਾਤੀ ਲੈਣੀ, ਸਲਾਦ ਆਪਣੀ ਪਸੰਦ ਦਾ ਲੈਣਾ ਅਤੇ ਸਲਾਦ ਵਿੱਚ ਇੱਕ ਮੈਂ ਜ਼ਿਆਦਾ ਕੱਚਾ ਪਿਆਜ਼ ਖਾਣਾ ਪਸੰਦ ਕਰਦਾ ਕਿਉਂਕਿ ਉਹ ਜਿਹੜਾ ਹੈਗਾ ਸਾਡਾ ਟੈਸਟੋਸਟੀਰੋਨ ਲੈਵਲ ਜੈਂਟਸ ਦਾ ਉਹ ਬੂਸਟ ਕਰਦਾ। ਦੂਸਰਾ ਸਾਡੀ ਬੋਡੀ ਦੀ ਜਿਹੜੀ ਗੰਦਗੀ ਆ ਉਹਨੂੰ ਜ਼ਿਆਦਾ ਬਾਹਰ ਕੱਢਦਾ ਅਤੇ ਸਾਡੀ ਐਂਟੀਆਕਸੀਡੈਂਟ ਜਿਹੜੀ ਆ ਬੋਡੀ ਉਹ ਜ਼ਿਆਦਾ ਬਣਾਉਂਦਾ ਕਿ ਬੋਡੀ 'ਚ ਜਿਹੜੇ ਬੈਡ ਕੈਮੀਕਲ ਆ ਉਹ ਵੀ ਜ਼ਿਆਦਾ ਬਾਹਰ ਕੱਢਦਾ। ਅਤੇ ਨਾਲ ਦੀ ਨਾਲ ਉਸ ਟਾਈਮ ਮੈਂ ਦਹੀਂ ਅਤੇ ਲੱਸੀ ਦਾ ਵੀ ਜਿੰਨਾ ਕੁ ਮੈਨੂੰ ਈਜ਼ੀ ਲੱਗਦਾ ਉਹ ਯੂਜ਼ ਕਰਦਾ ਹਾਂ। ਅਤੇ ਉਸ ਤੋਂ ਬਾਅਦ ਮੇਰਾ ਸ਼ਾਮ ਦਾ ਮੀਲ ਜਿਹੜਾ ਆ ਜਾਂਦਾ ਆ ਉਹਦੇ ਵਿੱਚ ਮੈਂ ਬੋਇਲ ਜਿਹੜੇ ਆਲੂ ਆ ਜਾਂ ਮੌਸਮ ਦੇ ਮੁਤਾਬਕ ਸ਼ਕਰਕੰਦੀ ਜ਼ਰੂਰ ਲੈਣਾ ਕਿਉਂਕਿ ਉਹ ਕਾਰਬਸ ਦਾ ਸੋਰਸ ਆ ਉਹ ਗੇਨ ਕਰਦਾ। ਅਤੇ ਨਾਲ ਦੀ ਨਾਲ ਮੈਂ ਕਈ ਵਾਰੀ ਬਲੈਕ ਕੌਫੀ ਲੈ ਲੈਂਦਾ ਤਾਂ ਜਾਂ ਸਿੰਪਲ ਕੌਫੀ ਵੀ ਲੈ ਲੈਣਾ ਆ। ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਮੀਲ ਆ ਉਹ ਸ਼ਾਮ ਦਾ ਮੀਲ ਜਿਹੜਾ 5ਵਾਂ ਮੀਲ ਉਸ ਤੋਂ ਬਾਅਦ ਆ ਗਿਆ ਕਿ ਉਹਦੇ ਵਿੱਚ ਫਿਰ ਮੈਂ ਕੋਸ਼ਿਸ਼ ਕਰਨੀ ਆ ਕਿ ਮੈਨੂੰ ਜ਼ਿਆਦਾ ਡਰਾਈ ਫਰੂਟ 'ਚੋਂ ਪਸੰਦ ਆ ਅਖਰੋਟ। ਅਖਰੋਟ 'ਚ ਕੀ ਹੁੰਦਾ ਆ ਇੱਕ ਓਮੇਗਾ 3 ਹੁੰਦੇ ਆ ਜਿਹੜੇ ਸਾਡੇ ਹਾਰਟ ਵਾਸਤੇ ਬਹੁਤ ਬੈਸਟ ਆ। ਜੇ ਅਸੀਂ ਗੱਲ ਕਰੀਏ ਕਿ ਅਖਰੋਟ ਬਦਾਮ ਡਰਾਈ ਫਰੂਟ ਗਰਮ ਆ, ਗਰਮ ਨਹੀਂ ਹੈਗੇ, ਉਹਨਾਂ 'ਚ ਐਨਰਜੀ ਆ। ਉਹ ਐਨਰਜੀ ਜੇ ਤੁਸੀਂ ਯੂਜ਼ ਨਹੀਂ ਕਰਦੇ ਫਿਰ ਉਹ ਗਰਮ ਆ। ਜੇ ਅਸੀਂ ਯੰਗ ਏਜ 'ਚ ਨਹੀਂ ਅਖਰੋਟ ਖਾਵਾਂਗੇ ਜਾਂ ਬਦਾਮ ਨਹੀਂ ਖਾਵਾਂਗੇ ਕੌਣ ਖਾਊਗਾ? ਬੁੱਢੇ ਓਲਡ ਏਜ 'ਚ ਜਾ ਕੇ ਖਾਓਗੇ ਤਾਂ ਫਿਰ ਉਸ ਚੀਜ਼ ਦਾ ਰਿਜ਼ਲਟ ਉਹਨਾਂ ਨਹੀਂ ਮਿਲਣਾ। ਗਰਮੀ ਉਦੋਂ ਪੈਦਾ ਹੁੰਦੀ ਇਹਨਾਂ ਚੀਜ਼ਾਂ ਨਾਲ ਜਦੋਂ ਤੁਸੀਂ ਉਹਨੂੰ ਖਾ ਕੇ ਡਾਈਜੈਸਟ ਨਹੀਂ ਕਰਦੇ, ਉਹਨੂੰ ਪਚਾਉਂਦੇ ਨਹੀਂ। ਉਸ ਤੋਂ ਬਾਅਦ ਮੇਰਾ ਵਰਕਆਊਟ ਆਉਂਦਾ ਹੈ ਅਤੇ ਵਰਕਆਊਟ ਤੋਂ ਪਹਿਲਾਂ ਐਕਸਰਸਾਈਜ਼ ਤੋਂ ਪਹਿਲਾਂ ਮੇਰਾ ਇੱਕ ਮੀਲ ਹੁੰਦਾ ਜਿਹਦੇ ਵਿੱਚ ਮੈਂ ਕਈ ਵਾਰੀ ਜੇ ਸ਼ਾਮ ਦੇ ਟਾਈਮ ਆਲੂ ਲਏ ਸੀ ਉਹ ਉਲਟ ਲੈ ਲੈਣੇ, ਸ਼ਕਰਕੰਦੀ ਲੈਣੀ, ਜੇ ਸ਼ਕਰਕੰਦੀ ਨਹੀਂ ਲਈ ਤਾਂ ਆਲੂ ਲੈਣਾ, ਕੋਈ ਚੀਜ਼ ਇੱਕ ਚੇਂਜ ਕਰ ਲੈਣੀ। ਐਕਸਰਸਾਈਜ਼ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹ ਸਲਾਹ ਦਊਂਗਾ ਕਿ ਕਾਰਬੋਹਾਈਡਰੇਟ ਜ਼ਰੂਰ ਲਓ। ਕਾਰਬੋਹਾਈਡਰੇਟ 'ਚ ਕੀ ਹੁੰਦਾ ਆ ਗਲੂਕੋਜ਼ ਹੁੰਦਾ ਹੈ ਜਿਹੜਾ ਸਾਡੀ ਬੋਡੀ ਨੂੰ ਇੰਸਟੈਂਟ ਐਨਰਜੀ ਦਾ ਮਸਲ ਨੂੰ ਪੰਪ ਕਰਦਾ। ਅਤੇ ਐਕਸਰਸਾਈਜ਼ ਤੋਂ ਹਮੇਸ਼ਾ ਪ੍ਰੋਟੀਨ ਦਾ ਸੋਰਸ ਲਓ। ਫਿਰ ਰਾਤ ਨੂੰ ਮੇਰੀ ਐਕਸਰਸਾਈਜ਼ ਹੁੰਦੀ, ਐਕਸਰਸਾਈਜ਼ ਤੋਂ 10 ਤੋਂ 15 ਮਿੰਟ ਦੇ ਟਾਈਮ ਦਾ ਡਿਫਰੈਂਸ ਪਾ ਕੇ ਮੈਂ ਜਿਹੜਾ ਹੈਗਾ ਉਹ ਜਿਹੜਾ ਵੇ ਪ੍ਰੋਟੀਨ ਦਾ ਇੱਕ ਸਕੂਪ ਜ਼ਰੂਰ ਲੈਣਾ ਕਿਉਂਕਿ ਉਦੋਂ ਮੈਨੂੰ ਫਾਸਟ ਰਿਕਵਰੀ ਚਾਹੀਦੀ ਹੁੰਦੀ, ਇੰਸਟੈਂਟ ਰਿਕਵਰੀ ਚਾਹੀਦੀ ਹੁੰਦੀ। ਅਤੇ ਨਾਲ ਦੀ ਨਾਲ ਫਿਰ ਮੇਰੇ ਜਿਹੜੀਆਂ ਸਲਾਦ ਆ, ਹਰੀਆਂ ਸਬਜ਼ੀਆਂ ਉਹ, ਅਤੇ ਇੱਕ ਮੈਂ ਉਸ ਟਾਈਮ ਅਲਸੀ ਜਿਹੜੀ ਹੁੰਦੀ ਉਹ ਵੀ ਓਮੇਗਾ 3 ਆ, ਉਹ ਅਲਸੀ ਖਾਣਾ ਜ਼ਿਆਦਾ ਪਸੰਦ ਕਰਦਾ ਕਿਉਂਕਿ ਉਹ ਸਾਡੇ ਹਾਰਟ ਲਈ ਵੀ ਬੈਸਟ ਹੁੰਦੀ। ਦੂਸਰਾ ਮਸਲ ਦੀ ਰਿਕਵਰੀ ਲਈ ਜ਼ਿਆਦਾ ਲਾਇਕ ਹੁੰਦਾ। ਅਤੇ ਰਾਤ ਦਾ ਜਿਹੜਾ ਮੇਰਾ ਮੀਲ ਆ ਫਿਰ ਡਿਨਰ ਜਿਹੜਾ ਆ ਗਿਆ ਉਹ ਲੇਟ ਨਾਈਟ ਜ਼ਰੂਰ ਹੁੰਦਾ ਆ ਪਰ ਉਹਦੇ ਵਿੱਚ ਮੈਂ ਕਾਰਬਸ ਹੀ ਲੈਣਾ ਜ਼ਿਆਦਾ, ਰਾਈਸ ਖਾਣੀ ਪਸੰਦ ਕਰਦਾ, ਚਪਾਤੀ ਖਾਣੀ। ਮੈਂ ਇਸ ਲਈ ਖਾ ਰਿਹਾ ਕਿ ਮੇਰਾ ਜਿਹੜਾ ਐਕਸਰਸਾਈਜ਼ ਦਾ ਰੂਟੀਨ ਆ ਉਹ 3 ਤੋਂ 4 ਘੰਟਿਆਂ ਦਾ ਡੇਲੀ। ਉਹਦੇ 'ਚ ਮੈਂ ਸਾਰਿਆਂ ਨੂੰ ਇਹ ਵੀ ਸਲਾਹ ਦਊਂਗਾ ਕਿ ਜਦੋਂ ਤੁਸੀਂ ਇੰਨੀ ਡਾਈਟ ਲੈਂਦੇ, ਇੰਨੇ ਕਾਰਬਸ ਖਾਂਦੇ ਆ, ਬੰਦੇ ਕਹਿੰਦੇ ਕਿ ਮੈਂ ਮੋਟਾ ਹੋਇਆ ਨਾ, ਮੈਂ ਰਾਈਸ ਖਾਨਾ, ਮੈਂ ਆਲੂ ਖਾਨਾ, ਰੋਟੀਆਂ ਖਾਨਾ, ਚੌਲ ਖਾਨਾ, ਮੋਟਾ ਹੋਇਆ ਨਾ। ਉਹ ਤੁਸੀਂ ਮੋਟੇ, ਤੁਹਾਡਾ ਪੇਟ ਤਾਂ ਬਾਹਰ ਆਉਂਦਾ ਸਭ ਤੋਂ ਪਹਿਲਾਂ ਤੁਸੀਂ ਉਹਨੂੰ ਬਰਨ ਨਹੀਂ ਕਰਦੇ ਉਸ ਖਾਧੀ ਹੋਈ ਡਾਈਟ ਨੂੰ। ਦੂਸਰੀ ਗੱਲ ਜਿਹੜਾ ਸਾਡਾ ਪੇਟ ਬਾਹਰ ਆਉਂਦਾ ਆ, ਆਮ ਸਵਾਲ ਪੁੱਛਿਆ ਜਾਂਦਾ ਕਿ ਭਾਜੀ ਮੈਂ ਜਦੋਂ ਡਾਈਟ ਖਾਨਾ ਪੇਟ ਬਾਹਰ ਆ ਜਾਂਦਾ, ਪਰ ਤੁਸੀਂ ਇਹ ਦੇਖੋ ਤੁਸੀਂ ਉਹ ਡਾਈਟ ਖਾ ਕੇ ਬਾਕੀ ਸਾਰੇ ਮਸਲ ਦੀ ਐਕਸਰਸਾਈਜ਼ ਲਾ ਰਹੇ ਆ, ਚੈਸਟ, ਸ਼ੋਲਡਰ, ਬਾਈਸੈਪ, ਪੇਟ ਦੀ ਤੁਸੀਂ ਐਕਸਰਸਾਈਜ਼ ਨਹੀਂ ਲਾਉਂਦੇ। ਇਹ ਸਮਾਜ 'ਚ ਬੜੀ ਅਣਗਹਿਲੀ ਆ ਕਿ ਇਹ ਮੁੰਡਿਆਂ ਦੇ ਵਿੱਚ ਉਹ ਪੇਟ ਦੀ ਐਕਸਰਸਾਈਜ਼ ਨਹੀਂ ਲਾਉਂਦੇ। ਜਿਹੜੇ ਪਾਰਟ ਤੁਸੀਂ ਐਕਸਰਸਾਈਜ਼ ਨਹੀਂ ਲਾਓਗੇ ਉਹ ਕਿੱਦਾਂ ਬਣੂਗਾ? ਸੋ ਇੱਕ ਤਾਂ ਰਨਿੰਗ ਜ਼ਰੂਰ ਕਰੋ ਇੰਨੀ ਡਾਈਟ ਨੂੰ ਪਹੁੰਚਾਉਣ ਲਈ। ਦੂਸਰਾ ਤੁਸੀਂ ਜਿਹੜੀ ਹੈਗੀ ਆਪਣੇ ਪੇਟ ਦੀ ਐਕਸਰਸਾਈਜ਼ ਆ ਜਿਹਨੂੰ ਅਸੀਂ ਐਬਡੋਮੀਨਲ ਦਾ ਵਰਕਆਊਟ ਕਹਿੰਦੇ ਆ, ਉਹ ਹਫਤੇ 'ਚ 2 ਤੋਂ 3 ਵਾਰੀ ਕਰੋ। ਕਿਸੇ ਵੀ ਮਸਲ ਨਾਲ ਕਰ ਸਕਦੇ। ਇਹ ਨਹੀਂ ਕਿ ਜੇ ਤੁਸੀਂ ਚੈਸਟ ਕੀਤੀ ਉਹਦੇ ਨਾਲ ਤੁਸੀਂ ਐਬਡੋਮੀਨਲ ਨਹੀਂ ਕਰ ਸਕਦੇ। ਇਹ ਵੀ ਇੱਕ ਮਿੱਥ ਬਣਿਆ ਵੀ ਮੈਂ ਫਲਾਨੀ ਐਕਸਰਸਾਈਜ਼ ਕਰੂੰਗਾ ਸ਼ਾਇਦ ਮੇਰੇ ਮਸਲ ਨਹੀਂ ਬਣਨਗੇ, ਪੇਟ ਦੇ ਮਸਲ ਬਣ ਜਾਣਗੇ ਜਾਂ ਨਹੀਂ। ਬੋਡੀ ਦੇ ਹਰ ਮਸਲ ਕੰਮ ਕਰਦੇ ਆ। ਤੁਸੀਂ ਇੱਕ ਤਾਂ ਰਨਿੰਗ ਕਰੋ, ਐਕਸਰਸਾਈਜ਼ ਕਰਨ ਤੋਂ ਪਹਿਲਾਂ ਕਰ ਲਓ ਜਾਂ ਤੁਸੀਂ ਬਾਅਦ 'ਚ ਕਰ ਲਓ, ਅਤੇ ਪੇਟ ਦੀ ਐਕਸਰਸਾਈਜ਼ ਜ਼ਰੂਰ ਕਰੋ, ਅਬਡੋਮੀਨਲ ਦਾ ਵਰਕਆਊਟ ਜ਼ਰੂਰ ਕਰੋ। ਤੁਹਾਡਾ ਪੇਟ ਕਦੀ ਬਾਹਰ ਆਊਗਾ ਹੀ ਨਹੀਂ। ਅਤੇ ਇੰਪੋਰਟੈਂਟ ਚੀਜ਼ ਇੰਨੀ ਡਾਈਟ ਖਾ ਕੇ ਪਾਣੀ ਪੀਣਾ ਜ਼ਰੂਰੀ ਆ। ਖਾਣਾ ਖਾਣ ਦੇ ਨਾਲ ਪਾਣੀ ਨਾ ਪੀਓ, ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ 'ਚ ਪੀਓ, ਬਟ ਪਾਣੀ ਦਿਨ ਦੇ ਵਿੱਚ ਤਕਰੀਬਨ 2 ਤੋਂ 3 ਲੀਟਰ ਰੱਖੋ ਕਿਉਂਕਿ ਸਾਡੀ ਬੋਡੀ, ਸਰੀਰ ਸਾਡਾ 75% ਆ ਉਹ ਪਾਣੀ ਤੋਂ ਹੀ ਬਣਿਆ। ਅਤੇ ਆਮ ਜੇ ਕਿਸੇ ਨੂੰ ਕਹਿ ਦੇਣਾ ਵੀ ਯਾਰ ਜਾ ਤੇਰੀ ਬੋਡੀ 'ਚ ਕੋਈ ਕਹਿ ਦੇ ਪਾਣੀ ਭਰਿਆ, ਉਹ ਘਬਰਾ ਜਾਂਦਾ। ਪਰ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਸਾਨੂੰ ਪੇਟ ਖਰਾਬ ਹੁੰਦਾ, ਸਾਨੂੰ ਲੂਜ਼ ਮੋਸ਼ਨ ਲੱਗਦੇ ਆ, ਸਾਡੀ ਜਿਹੜੀ ਬੋਡੀ ਇੱਕਦਮ ਪਤਲੀ ਹੋ ਜਾਂਦੀ, ਸਕੁਈਜ਼ ਹੋ ਜਾਂਦੀ, ਨੁੱਚੜ ਜਾਂਦੀ। ਉਦੋਂ ਕੀ ਹੁੰਦਾ? ਪਾਣੀ ਨਿਕਲ ਜਾਂਦਾ। ਪਾਣੀ ਹੀ ਜਿਹੜਾ ਹੈਗਾ ਆ ਉਹ ਤੁਹਾਡੀ ਬੋਡੀ ਦਾ
ਮੇਨ ਕਹਿ ਲਓ ਕਿ ਸੋਰਸ ਹੈ ਬਣਾਉਣ ਦਾ। ਤੇ ਸਾਡੀ ਬਾਡੀ ਦੇ ਵਿੱਚ ਪਾਣੀ ਇੱਕ ਟੈਂਪਰੇਚਰ ਨੂੰ ਠੰਡਾ ਰੱਖਣ ਦਾ ਕੰਮ ਕਰਦਾ। ਬ੍ਰੇਨ ਤੱਕ ਪਾਣੀ ਆ, ਹੱਡੀਆਂ 'ਚ ਪਾਣੀ ਆ। ਪਾਣੀ ਦੇ ਨਾਲ ਹੀ ਤੁਹਾਨੂੰ ਜੇ ਤੁਸੀਂ ਪ੍ਰੋਪਰ ਪਾਣੀ ਲੈਣੇ 60 ਤੋਂ 70% ਜਿਹੜੀਆਂ ਬਿਮਾਰੀਆਂ ਉਹ ਨਹੀਂ ਆਉਣਗੀਆਂ, ਕਿਉਂਕਿ ਗੰਦਗੀ ਨਹੀਂ ਰਹਿਣੀ। ਤੇ ਪਾਣੀ ਪੀਣਾ ਜ਼ਰੂਰੀ ਆ, ਕਾਰਡੀਓ 'ਚ ਰਨਿੰਗ ਕਰਨੀ ਜ਼ਰੂਰੀ ਆ, ਤੇ ਅਬਡੋਮੀਨਲ ਦੀ ਐਕਸਰਸਾਈਜ਼ ਲਾਉਣੀ ਜ਼ਰੂਰੀ, ਜਿੰਨੀ ਮਰਜ਼ੀ ਡਾਈਟ ਖਾਈ ਜਾਓ। ਜਿਵੇਂ ਤੁਸੀਂ ਐਕਸਰਸਾਈਜ਼ ਦੀ ਗੱਲ ਕੀਤੀ ਹੈ, ਵੇ ਪ੍ਰੋਟੀਨ ਐਕਸਰਸਾਈਜ਼ ਤੋਂ ਪਹਿਲਾਂ ਲੈਂਦੇ ਹੋ ਜਾਂ ਬਾਅਦ 'ਚ ਲੈਣ ਲਈ ਰਿਕਮੈਂਡ ਕਰੋ? ਦੇਖੋ ਵੇ ਪ੍ਰੋਟੀਨ ਕੀ ਆ, ਵੇ ਪ੍ਰੋਟੀਨ ਜਿਹੜੀ ਹੈਗੀ ਆ ਉਹ ਮੁੰਡੇ ਕਈ ਐਕਸਰਸਾਈਜ਼ ਤੋਂ ਪਹਿਲਾਂ ਲੈ ਲੈਂਦੇ, ਬਟ ਐਕਸਰਸਾਈਜ਼ ਤੋਂ ਪਹਿਲਾਂ ਲੈਣ ਦਾ ਉਹਦਾ ਕੋਈ ਤੁਕ ਨਹੀਂ ਬਣਦਾ, ਕਿਉਂਕਿ ਉਹਨੇ ਮਸਲ ਜਿਹੜੇ ਟੁੱਟਣੇ ਆ, ਮਸਲ ਟੁੱਟਣ ਨੂੰ ਅਸੀਂ ਕੈਟਾਬੋਲਿਜ਼ਮ ਕਹਿੰਦੇ ਆ ਸਾਇੰਸ ਦੀ ਲੈਂਗੁਏਜ। ਅਸੀਂ ਜਿਮ ਜਾ ਕੇ ਮਸਲ ਤੋੜਦੇ ਆ, ਬਣਾਉਂਦੇ ਨਹੀਂ। ਪਰ ਉਹ ਕਦ ਲਈ ਤੋੜਦੇ ਆ ਕਿ ਜਿਹੜੀ ਡਾਈਟ ਖਾਧੀ ਆ ਉਹਨੂੰ ਪਚਾਉਣ। ਅਸੀਂ ਜਿਮ ਜਾਣ ਤੋਂ ਪਹਿਲਾਂ ਹੀ ਉਹਨੂੰ ਡਾਈਜੈਸਟ, ਮਸਲ ਨੂੰ ਬਣਾਉਣ ਵਾਲੀ ਡਾਈਟ ਖਾ ਲਈ। ਟੁੱਟਣੇ ਤਾਂ ਹੈ ਨਹੀਂ, ਪ੍ਰੋਟੀਨ ਖਾ ਲਈ, ਤੁਹਾਡੇ ਮਸਲ ਨਹੀਂ ਟੁੱਟਣੇ। ਜੋ ਟੁੱਟੇ ਨਹੀਂ, ਕੈਟਾਬੋਲਿਜ਼ਮ ਨਹੀਂ ਪੈਦਾ ਹੋਇਆ, ਬਾਡੀ ਨਹੀਂ ਬਣਨੀ। ਉਹਨੂੰ ਐਕਸਰਸਾਈਜ਼ ਤੋਂ ਜੇ ਲੈਣਾ 1 ਘੰਟਾ ਪਹਿਲਾਂ, 1 ਜਾਂ 1.5 ਘੰਟੇ ਦਾ ਵਕਫਾ ਪਾ ਲਓ, ਜ਼ਿਆਦਾ ਵਧੀਆ 1.5 ਘੰਟੇ ਦਾ, ਪਰ 1 ਘੰਟਾ ਰੱਖੋ। ਤੇ ਜੇ ਬਾਅਦ ਚ ਲਓਗੇ 15 ਮਿੰਟ ਬਾਅਦ, ਜ਼ਿਆਦਾ ਜ਼ਰੂਰੀ ਬਾਅਦ ਚ, ਕਿਉਂਕਿ ਉਦੋਂ ਮਸਲ ਟੁੱਟੇ ਹੁੰਦੇ, ਬਾਡੀ ਦਾ ਕੈਟਾਬੋਲਿਜ਼ਮ ਕ੍ਰੀਏਟ ਹੋ ਜਾਂਦਾ। ਉਦੋਂ ਕੁਛ ਇੱਦਾਂ ਦਾ ਪ੍ਰੋਟੀਨ ਸੋਰਸ ਚਾਹੀਦਾ ਹੁੰਦਾ ਜਿਹੜਾ ਜਲਦੀ ਤੋਂ ਜਲਦੀ ਡਾਈਜੈਸਟ ਹੋਵੇ, ਕਿਉਂਕਿ ਜੇ ਅਸੀਂ ਪ੍ਰੋਟੀਨ ਖਾਵਾਂਗੇ ਕਿਸੇ ਸੋਰਸ ਤੋਂ, ਜਾਂ ਤੁਸੀਂ ਡਰਾਈ ਫਰੂਟ ਤੋਂ ਲਓਗੇ, ਜਾਂ ਚਿਕਨ ਤੋਂ ਲਓਗੇ, ਜਾਂ ਦਾਲਾਂ ਤੋਂ ਲਓਗੇ, ਉਹਨੂੰ ਬਾਡੀ ਪਚਾਉਣ ਲਈ ਸਮਾਂ ਲਾਊਗੀ, ਨਿਚੋੜੂਗੀ, ਡਾਈਜੈਸਟ ਕਰੂਗੀ। ਪ੍ਰੋਟੀਨ ਜਿਹੜਾ ਲਿਕੁਇਡ ਹੁੰਦਾ, ਦੁੱਧ 'ਚ ਲੈ ਲਓ, ਪਾਣੀ 'ਚ ਲੈ ਲਓ। ਅੱਛਾ, ਜਿਹੜੀ ਦੁੱਧ ਅਤੇ ਪਾਣੀ ਦੀ ਗੱਲ ਹੈ, ਇਹ 2 ਰੀਜ਼ਨ ਆ। ਦੁੱਧ ਦਾ ਕੀ ਮਤਲਬ ਆ, ਜੇ ਤੁਸੀਂ ਕੋਈ ਵੀ ਚੀਜ਼, ਕੋਈ ਵੀ ਸੋਰਸ ਦੁੱਧ 'ਚ ਲੈਂਦੇ ਆ, ਉਹ ਲੇਟ ਡਾਈਜੈਸਟ ਹੁੰਦਾ, ਕਿਉਂਕਿ ਹੈਵੀ ਹੋ ਜਾਂਦਾ, ਸ਼ੇਕ ਥਿਕ ਹੋ ਜਾਂਦਾ, ਗਾੜਾ ਹੋ ਜਾਂਦਾ। ਜੇ ਪਾਣੀ 'ਚ ਲੈਂਦੇ ਆ, ਉਹ ਉਨਾ ਹੀ ਹਲਕਾ ਹੋ ਜਾਂਦਾ। ਜੇ ਤੁਸੀਂ ਬਾਡੀ ਵੇਟ ਵਧਾਉਣਾ ਚਾਹੁੰਦੇ ਆ, ਆਪਣਾ ਬਾਡੀ ਨੂੰ ਭਾਰਾ ਕਰਨਾ ਚਾਹੁੰਦੇ ਆ, ਫਿਰ ਦੁੱਧ 'ਚ ਲਓ। ਜੇ ਉਹਨੂੰ ਬੈਲੈਂਸ ਰੱਖਣਾ ਚਾਹੁੰਦੇ ਆ, ਫਿਰ ਪਾਣੀ 'ਚ ਲਓ। ਅਤੇ ਪ੍ਰੋਟੀਨ ਹਮੇਸ਼ਾ ਐਕਸਰਸਾਈਜ਼ ਕਰਨ ਤੋਂ ਵੇ ਪ੍ਰੋਟੀਨ ਜਿਹੜਾ 15 ਤੋਂ 20 ਮਿੰਟ ਦੇ ਟਾਈਮ 'ਤੇ ਲਓ। ਅਤੇ ਪ੍ਰੋਟੀਨ ਜਿਹੜਾ ਕਿਸੇ ਵੀ ਬ੍ਰਾਂਡ ਦੇ ਚੱਕਰ 'ਚ ਨਾ ਪਾਓ। ਬ੍ਰਾਂਡ ਦੀ ਉਨੀ ਇੰਪੋਰਟੈਂਸ ਨਹੀਂ ਹੁੰਦੀ, ਕੁਆਲਿਟੀ, ਹਰ ਚੀਜ਼ ਦੀ ਕੁਆਲਿਟੀ ਆ। ਉਹ ਤੁਸੀਂ ਜੋ ਤੁਹਾਨੂੰ ਜੈਨੂਨ ਕੁਆਲਿਟੀ ਆਪਣੇ ਨੇੜੇ ਤੇੜੇ ਤੋਂ ਕਿਤੇ ਮਿਲਦੀ, ਉਹ ਲਓ। ਬਹੁਤ ਸਾਰੇ ਤੁਸੀਂ ਟਿਪਸ ਦਿੱਤੇ ਭਾਈ। ਤੁਹਾਡੀਆਂ ਗੱਲਾਂ ਮੈਨੂੰ ਲੱਗਦਾ ਸੁਭਾਵਿਕ ਤੌਰ ਦੇ ਉੱਤੇ ਜਿਹੜੇ ਸਾਡੇ ਵੀਰ ਜਿਮਿੰਗ ਦਾ ਸ਼ੌਂਕ ਰੱਖਦੇ ਨੇ, ਉਹਨਾਂ ਨੂੰ ਅੱਜ ਬਹੁਤ ਸਾਰਾ ਫਾਇਦਾ ਵੀ ਮਿਲੇਗਾ ਇਹਨਾਂ ਗੱਲਾਂ ਤੋਂ। ਜਿਹੜੇ ਟਿਪਸ ਹੈ, ਹਮੇਸ਼ਾ ਜਿਹਦੇ ਕੋਲ ਐਕਸਪੀਰੀਅੰਸ ਹੈ ਉਹਦੇ ਕੋਲੋਂ ਟਿਪਸ ਲਏ ਜਾਣ। ਔਰ ਜਿਸ ਤਰੀਕੇ ਦੇ ਨਾਲ ਤੁਸੀਂ ਬੜਾ ਬਰੀਫਲੀ ਦੱਸਿਆ ਵੀ ਕਿਸ ਚੀਜ਼ ਨੂੰ ਕਿਵੇਂ ਖਾਣਾ ਚਾਹੀਦਾ। ਅੱਛਾ, ਪਰ ਦੁੱਧ, ਤੁਸੀਂ ਦੁੱਧ ਵੀ ਨਹੀਂ ਪੀਂਦੇ, ਮੈਨੂੰ ਵੀ ਪਤਾ। ਦੁੱਧ ਮੈਂ ਪਹਿਲਾਂ ਤਾਂ ਬਚਪਨ 'ਚੋਂ ਨਹੀਂ ਪੀਂਦਾ ਸੀਗਾ, ਕਿਉਂਕਿ ਮੇਰਾ 38 ਕਿਲੋ ਵੇਟ ਹੋਣ ਦੇ ਨਾਲ ਮੇਰਾ ਲੀਵਰ ਥੋੜ੍ਹਾ ਵੀਕ ਸੀਗਾ। ਉਦੋਂ ਤੋਂ ਮੇਰੇ ਮਨ 'ਚ ਇੱਕ ਡਰ ਬੈਠ ਗਿਆ। ਹੁਣ ਮੈਂ ਪੀ ਲੈਂਦਾ ਆ, ਬਟ ਇੱਕ ਮਨ 'ਚ ਪੁਰਾਣੀ ਕੁਛ ਗੱਲਾਂ ਹੁੰਦੀਆਂ ਤੁਹਾਡੇ ਦਿਮਾਗ 'ਚ ਨਾ, ਬਚਪਨ ਤੋਂ ਘਰ ਕਰ ਗਈਆਂ, ਵੀ ਇੱਕ ਡਰ ਦੀ ਭਾਵਨਾ ਪੈਦਾ ਹੋ ਗਈ। ਹੁਣ ਮੈਂ ਲੈ ਲੈਂਦਾ ਜਦੋਂ ਮੈਨੂੰ ਕਿਤੇ ਮਨ ਕਰਦਾ ਆ, ਪਰ ਉਹਨੂੰ ਮੈਂ ਜੇ ਕਹਾਂ ਰੂਟੀਨ 'ਚ, ਮੈਂ ਨਹੀਂ ਉਹਨੂੰ ਲੈਂਦਾ ਹੀ ਨਹੀਂਗਾ। ਅਤੇ ਮੇਰੇ ਮਨ 'ਚ ਸਿਰਫ ਇੱਕੋ ਹੀ ਭਾਵਨਾ ਹੈ, ਕਿਉਂਕਿ ਬਚਪਨ ਦੀਆਂ ਗੱਲਾਂ ਕਈ ਵਾਰੀ ਦਿਮਾਗ 'ਚ ਨਹੀਂ ਨਿਕਲਦੀਆਂ, ਇੱਕੋ ਹੀ ਭਾਵਨਾ ਵੀ ਡਰ ਪੈਦਾ ਹੋ ਜਾਂਦਾ। ਅਤੇ ਤੈਨੂੰ ਪਤਾ ਡਰ ਇੱਕ ਇੱਦਾਂ ਦੀ ਚੀਜ਼ ਹੈ ਜਿਹਦੇ ਨਾਲ ਸਾਨੂੰ ਕਈ ਵਾਰੀ ਬੜੀ, ਅਸੀਂ ਕੋਈ ਨਾ, ਸਾਨੂੰ ਖੁਸ਼ੀ ਦੀ ਨਿਊਜ਼ ਮਿਲੇ ਤਾਂ ਸਾਨੂੰ ਖਾਣਾ ਜਿਹੜਾ ਨਾ ਉਹ ਡਾਈਜੈਸਟ ਨਹੀਂ ਹੁੰਦਾ। ਅਤੇ ਇੱਕ ਵਾਰੀ ਜਦੋਂ ਕੋਈ ਡਰ ਦੀ ਨਿਊਜ਼ ਪੈਦਾ ਹੋ ਜਾਵੇ ਨਾ, ਨਿਊਜ਼ ਮਿਲ ਜਾਵੇ, ਤਾਂ ਸਾਡਾ ਜਿਹੜਾ ਖਾਣਾ ਹੈ ਉਹ ਅਸੀਂ ਕਹਿੰਦੇ ਖਾਣਾ ਮੂੰਹ 'ਚ ਫੁੱਲਣ ਲੱਗ ਪਿਆ। ਉਹ ਡਰ ਹੀ ਇੱਕ ਇੱਦਾਂ ਦੀ ਭਾਵਨਾ ਹੈ, ਇਸ ਲਈ ਮੈਂ ਉਹਨੂੰ ਸਿਰਫ ਕਿਤੇ ਟੇਸਟ ਮੁਤਾਬਕ ਲੈ ਲੈਂਦਾ ਆ। ਪਰ ਮੈਂ ਉਹਨੂੰ ਇਹ ਕਹੂੰਗਾ ਕਿ ਸਾਰੇ ਬੱਚਿਆਂ ਨੂੰ ਉਹ ਚੀਜ਼ ਲੈਣੀ ਚਾਹੀਦੀ, ਕਿਉਂਕਿ ਹਰੇਕ ਦਾ ਖਾਣਾ ਆਪਣੀ ਆਪਣੀ ਪਸੰਦ ਆ। ਦੁੱਧ ਦੇ ਵਿੱਚ ਜੋ ਹੈਗਾ ਆ ਉਹ ਸਾਨੂੰ ਹੋਰ ਕਿਸੇ ਸੋਰਸ ਨਹੀਂ ਮਿਲਦਾ, ਕਿਉਂਕਿ ਉਹਦੇ 'ਚ ਵਿਟਾਮਿਨ, ਮਿਨਰਲ, ਪ੍ਰੋਟੀਨ, ਹਰ ਤਰ੍ਹਾਂ ਦੀ ਚੀਜ਼ ਹੈਗੀ ਆ। ਪਰ ਮੈਂ ਆਪਣੇ ਟੇਸਟ ਮੁਤਾਬਕ ਲੈਣਾ, ਡੇਲੀ ਰੂਟੀਨ 'ਚ ਨਹੀਂ ਲੈਂਦਾ। ਇੱਕ ਬਿਗਨਰ ਹੈ ਜਿਹੜਾ ਜਿਮਿੰਗ ਸ਼ੁਰੂ ਕਰ ਰਿਹਾ, ਉਹਨੂੰ ਕਿੰਨੀ ਦੇਰ ਤੱਕ ਐਕਸਰਸਾਈਜ਼ ਕਰਨੀ ਚਾਹੀਦੀ ਹੈ? ਜਾਂ ਜਿਹਨੂੰ ਬਿਗਨਰ ਬੱਚਿਆਂ ਨੂੰ ਮੇਰੀ ਇੱਕ ਰਾਏ ਰਹੂਗੀ, ਸਭ ਤੋਂ ਪਹਿਲਾਂ ਉਹ ਅੱਧੇ ਤੋਂ ਪੌਣੇ ਘੰਟੇ ਦਾ ਸਮਾਂ ਦੇਣ ਬਾਡੀ ਨੂੰ। ਡੇਲੀ ਜਾਣ ਜਿਮ। ਜਦੋਂ ਪਹਿਲੇ ਦਿਨ ਬੰਦਾ ਜਿਮ ਜਾਂਦਾ, ਉਹਦੀ ਬਾਡੀ ਟਾਇਰਡ ਹੁੰਦੀ ਆ, ਉਹਦੀ ਬਾਡੀ ਦਰਦ ਕਰਦੀ। ਜੇ ਉਹਨੂੰ ਆਸਾਨ ਭਾਸ਼ਾ ਪੰਜਾਬੀ 'ਚ ਕਹੀਏ ਤਾਂ ਖੱਲੀਆਂ ਪੈ ਜਾਂਦੀਆਂ। ਪਰ ਖੱਲੀਆਂ ਉਨੀ ਦੇਰ ਹੀ ਆ ਜਿੰਨੀ ਦੇਰ ਤੁਸੀਂ ਉਹਨਾਂ ਨੂੰ ਤੋੜਦੇ ਨਹੀਂ। ਰੂਟੀਨ 'ਚ ਤੁਸੀਂ ਐਕਸਰਸਾਈਜ਼ ਕਰਨੀ ਹੈ, ਉਹਦੀ ਮੈਡੀਸਨ ਨਹੀਂ, ਕੋਈ ਉਹਦੀ ਡਾਈਟ ਨਹੀਂ ਇੱਦਾਂ ਦੀ ਜਿਹੜੀਆਂ ਤੁਹਾਡੀਆਂ ਖੱਲੀਆਂ ਠੀਕ ਕਰ ਦੇਣ। ਇੱਕ ਦੂਸਰੀ ਗੱਲ ਆਉਂਦੀ ਸਟੈਮਿਨਾ। ਸਟੈਮਿਨਾ ਕੀ ਆ? ਹੁਣ ਤੁਸੀਂ ਰੋਜ਼ ਵਿਚਰਦੇ ਨਵੇਂ ਲੋਕਾਂ ਨਾਲ, ਤੁਹਾਡਾ ਸਟੈਮਿਨਾ ਬਣ ਗਿਆ ਉਸ ਚੀਜ਼ ਨੂੰ। ਸਟੈਮਿਨਾ ਕੀ ਹੈ? ਇੱਕ ਚੀਜ਼ ਨੂੰ ਬਾਰ-ਬਾਰ ਕਰਨਾ। ਅਸੀਂ ਜਦੋਂ ਸਕੂਲ ਹੁੰਦੇ ਸੀ, ਮੈਂ ਇਸੇ ਹੱਥ ਨਾਲ ਕਈ ਘੰਟੇ ਲਿਖ ਜਾਂਦਾ ਸੀ। ਅੱਜ ਸਾਡੇ ਕੋਲ ਲਿਖਣਾ ਮੁਸ਼ਕਿਲ ਹੋ ਗਿਆ, ਕਿਉਂਕਿ ਮੈਂ ਹੁਣ ਉਹਨਾਂ ਨਹੀਂ ਲਿਖਦਾ। ਉਹ ਮੇਰਾ ਸਟੈਮਿਨਾ ਸੀ, ਉਦੋਂ ਮੈਂ ਡੇਲੀ ਉਹ ਚੀਜ਼ ਆਦਤੀ ਸੀ। ਇੱਦਾਂ ਹੀ ਸਾਡੀ ਜਿਹੜੀ ਐਕਸਰਸਾਈਜ਼ ਆ, ਬੰਦਾ ਕਹਿੰਦਾ ਕਿ ਮੈਂ ਪਹਿਲੇ ਦਿਨ ਜਿਮ ਗਿਆ, ਮੈਨੂੰ ਸਾਹ ਚੜ੍ਹ ਗਿਆ, ਮੇਰਾ ਸਟੈਮਿਨਾ ਹੈ ਨਹੀਂ। ਸਟੈਮਿਨਾ ਪੈਦਾ ਕਰਨ ਲਈ ਕੋਈ ਡਾਈਟ ਨਹੀਂ, ਕੋਈ ਐਕਸਰਸਾਈਜ਼ ਨਹੀਂ, ਕੋਈ ਸਪਲੀਮੈਂਟ ਨਹੀਂ, ਸਿਰਫ ਤੁਹਾਡਾ ਰੂਟੀਨ ਆ। ਬੱਚਿਆਂ ਨੂੰ ਇਹ ਵੀ ਦਿੱਕਤ ਆਉਂਦੀ ਉਹਨਾਂ ਸਟੈਮਿਨਾ। ਤੁਸੀਂ ਡੇਲੀ ਐਕਸਰਸਾਈਜ਼ ਕਰੀ ਜਾਓ। ਅੱਜ ਤੁਸੀਂ 1 ਮਿੰਟ ਕੀਤੀ, ਕੱਲ੍ਹ 2 ਮਿੰਟ ਕਰੋ, 15 ਮਿੰਟ ਹੋ ਜਾਣੇ, 20 ਮਿੰਟ, ਰੋਜ਼ ਦਾ 1 ਮਿੰਟ ਵਧਾਈ ਜਾਓ। ਅੱਜ ਤੁਸੀਂ 30 ਮਿੰਟ ਕੀਤੀ, ਕੱਲ੍ਹ 31 ਕਰ ਦਿਓ, ਤਾਂ ਮਹੀਨੇ 'ਚ 30 ਦੇਣਾ, ਤੁਹਾਡੇ 60 ਪੂਰੇ ਹੋ ਗਏ। 30 ਤੁਸੀਂ ਪਹਿਲਾਂ ਕੀਤੇ, ਰੋਜ਼ 1 ਮਿੰਟ ਵਧਾਇਆ, 60 ਪੂਰੇ ਹੋ ਗਏ, 1 ਘੰਟਾ ਪੂਰਾ ਹੋ ਗਿਆ। ਅਤੇ ਰਹੀ ਗੱਲ ਜਿਹੜੀ ਐਕਸਰਸਾਈਜ਼ ਦੀ, ਉਹ ਬੱਚੇ ਇਹ ਸੋਚਦੇ ਸ਼ਾਇਦ ਜ਼ਿਆਦਾ ਐਕਸਰਸਾਈਜ਼ ਲਾਉਣ ਨਾਲ, ਡਬਲ ਮਸਲ ਲਾਉਣ ਨਾਲ ਬਾਡੀ ਬਣੂਗੀ। ਨਹੀਂ, ਗਲਤ ਆ। ਤੁਸੀਂ ਦੇਖੋ, ਜੇ ਡਬਲ ਮਸਲ ਲਾ ਰਹੇ ਤਾਂ ਤੁਸੀਂ 2 ਘੰਟੇ ਲਾ ਰਹੇ, ਇੱਕ ਮਸਲ ਨੂੰ ਅਸੀਂ 1 ਘੰਟਾ ਲਾ ਰਹੇ। ਜੇ ਤੁਸੀਂ 2 ਘੰਟੇ ਲਾ ਰਹੇ, ਤੁਹਾਡੀ ਡਾਈਟ ਕੀ ਓਨੀ ਹੈਗੀ?
ਜਿਮ ਦੀ ਜਿਹੜੀ ਡਾਈਟ ਆ ਸੌਰੀ ਜਿਮ ਦੀ ਜਿਹੜੀ ਬੋਡੀ ਆ ਉਹਨੂੰ ਬਣਾਉਣ ਲਈ ਤੁਹਾਡੀ ਡਾਈਟ ਦੀ ਜ਼ਿਆਦਾ ਜ਼ਰੂਰਤ ਆ। ਜਿਮ ਅਸੀਂ ਸਿਰਫ ਇਸ ਲਈ ਜਾਂਦੇ ਕਿ ਜੋ ਮੈਂ ਖਾਧਾ ਸਾਰੇ ਦਿਨ 'ਚੋਂ ਪਚ ਜਾਵੇ, ਅਤੇ ਜੇ ਇੱਦਾਂ ਬੋਡੀ ਬਣਦੀ ਹੋਵੇ ਜਿਮ ਜਾ ਕੇ ਫਿਰ ਤਾਂ ਲੋਕ ਕਈ ਸਾਲਾਂ ਦੀ ਐਕਸਲ ਲਾ ਰਹੇ ਹੋ, ਕਿਉਂ ਨਹੀਂ ਬੋਡੀ ਬਣਾ ਲੈਂਦੇ? ਕਿਉਂਕਿ ਜਿਮ ਨੇ ਸਾਰਾ ਕੁਝ ਪਹੁੰਚਾਉਣਾ ਹੈ, ਇਹਨੇ ਦੇਣਾ ਨਹੀਂ ਕੁਛ, ਇਹਨੇ ਤੁਹਾਡੀ ਐਨਰਜੀ ਵੇਸਟ ਕਰਨੀ। ਪਰ ਉਹ ਐਨਰਜੀ ਵੇਸਟ ਕੀ ਹੁੰਦੀ ਆ? ਜਦੋਂ ਅਸੀਂ ਜਿਮ ਜਾਂਦੇ ਸਾਡੇ ਸਭ ਤੋਂ ਪਹਿਲਾਂ ਸੈੱਲ ਟੁੱਟਦੇ, ਸੈੱਲ ਟੁੱਟਣ ਤੋਂ ਬਾਅਦ ਟਿਸ਼ੂ ਟੁੱਟਦੇ, ਫਿਰ ਮਸਲ ਟੁੱਟਦੇ। ਉਹੋ ਹੀ ਐਕਟੀਵਿਟੀ ਜਿਹੜੀ ਟੁੱਟੀ ਹੋਈ ਆ ਉਹਨੂੰ ਸਾਡੇ ਪ੍ਰੋਟੀਨ ਸੋਰਸ, ਇੱਥੇ ਮੈਂ ਪ੍ਰੋਟੀਨ ਵਾਲੇ ਜਿਹੜਾ ਆਮ ਗੱਲ ਹੁੰਦੀ ਡੱਬਾ ਉਹਦੀ ਨਹੀਂ ਗੱਲ ਕਰੂੰ, ਪ੍ਰੋਟੀਨ ਕੋਈ ਵੀ ਸੋਰਸ ਤੁਸੀਂ ਲੈ ਸਕਦੇ, ਉਹੋ ਹੀ ਸੋਰਸ ਜਿਹੜੇ ਆ ਤੁਹਾਡੇ ਫਿਰ ਸੈੱਲ ਬਣਾਉਂਦੇ ਆ। ਕਈ ਤਰ੍ਹਾਂ ਦੇ ਸੈੱਲ ਇਕੱਠੇ ਹੋ ਕੇ ਟਿਸ਼ੂ ਰਿਪੇਅਰ ਕਰਦੇ, ਫਿਰ ਟਿਸ਼ੂ ਰਿਪੇਅਰ ਹੋਣ ਤੋਂ ਬਾਅਦ ਮਸਲ ਰਿਪੇਅਰ ਹੁੰਦੇ। ਸੋ ਮੇਰੀ ਜਿਹੜੀ ਬਿਗਨਰ ਬੱਚੇ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਸਲਾਹ ਆ ਕਿ ਤੁਸੀਂ ਸਿੰਗਲ ਮਸਲ ਲਾਓ, 30 ਤੋਂ 45 ਮਿੰਟ ਦਾ ਸਮਾਂ ਦਿਓ। ਇਹ ਮਤ ਸੋਚੋ ਕਿ ਡਬਲ ਮਸਲ ਲਾਓਗੇ ਤੁਹਾਡੀ ਬੋਡੀ ਡਬਲ ਬਣ ਜੂਗੀ, ਨਹੀਂ। ਡਬਲ ਮਸਲ ਉਦੋਂ ਲਾਓ ਜਦੋਂ ਤੁਹਾਡੇ 6 ਤੋਂ 7 ਮੀਲ ਬਹੁਤ ਅੱਛੇ ਆ। ਅਦਰਵਾਈਜ਼ ਇੱਕ ਮਸਲ ਨਾਲ ਹੀ ਤੁਹਾਡੀ ਬੋਡੀ ਬਣਨੀ ਸਟਾਰਟ ਹੋ ਜੂਗੀ। ਸਾਲ ਬਰ ਸਾਲ ਉਹਨੂੰ ਚੇਂਜ ਕਰੋ, ਜ਼ਿਆਦਾ ਐਕਸਲ ਲਾਉਣ ਨਾਲ ਨਹੀਂ, ਡਾਈਟ ਜ਼ਿਆਦਾ ਖਾਣ ਨਾਲ ਬੋਡੀ ਬਣਨੀ ਆ। ਅੱਛਾ, ਇੱਕ ਸਵਾਲ ਹੋਰ ਰਹਿ ਗਿਆ। ਪੰਜਾਬ ਸਰਕਾਰ ਦੇ ਵੱਲੋਂ ਜਿਮ ਬੰਦ ਕਰਨ ਦਾ ਫੈਸਲਾ ਲਿਆ ਗਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਬੰਦ ਕੀਤੀਆਂ ਨੇ ਕਰੋਨਾ ਦੇ ਕਰਕੇ। ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਇਸ ਫੈਸਲੇ ਨੂੰ? ਦੇਖੋ, ਇਹਦੇ ਵਿੱਚ ਇਹ ਆ ਕਿ ਜਿਮ, ਜੋ ਮੇਰਾ ਖੁਦ ਦਾ ਐਕਸਪੀਰੀਅੰਸ ਹੈ, ਜਿਮ ਇੱਕ ਇੱਦਾਂ ਦੀ ਚੀਜ਼ ਆ, ਤੁਸੀਂ ਜਿਮ ਆਉਣੇ ਤਾਂ ਇਮਿਊਨਿਟੀ ਤੁਹਾਡੀ ਵੱਧਦੀ। ਇਮਿਊਨਿਟੀ ਨੂੰ ਅਸੀਂ ਆਸਾਨ ਭਾਸ਼ਾ 'ਚ ਕਹੀਏ ਬਿਮਾਰੀਆਂ ਨਾਲ ਲੜਨ ਦੀ ਤਾਕਤ। ਸਾਡੇ ਵਾਈਟ ਬਲੱਡ ਸੈੱਲ ਇਨਕਰੀਜ਼ ਹੁੰਦੇ ਆ ਜਿਹੜੇ ਸਾਡੀ ਬੋਡੀ 'ਚ ਨੈਗੇਟਿਵ ਜਿਹੜੀਆਂ ਬਿਮਾਰੀ ਐਨਰਜੀ ਆ ਉਹ ਨਹੀਂ ਆਉਣ ਦਿੰਦੇ। ਅਤੇ ਜਦੋਂ ਹੁਣ ਇਹ ਚੀਜ਼ ਆ ਗਈ, ਲੋਕ ਜ਼ਿਆਦਾ ਬਿਮਾਰ ਹੋਣਾ ਸ਼ੁਰੂ ਹੋ ਜਾਣਗੇ, ਜ਼ਿਆਦਾ ਬਿਮਾਰ ਹੋਣਾ ਸ਼ੁਰੂ ਹੋ ਜਾਣਗੇ, ਘਰੇ ਬੈਠਣਗੇ, ਖਾਣਾ ਓਨਾ ਹੀ ਰਹਿ ਜਾਊਗਾ, ਖਾਣ ਦੀਆਂ ਆਦਤਾਂ ਨਹੀਂ ਬਦਲੀਆਂ, ਐਕਸਰਸਾਈਜ਼ ਹੋਣੀ ਨਹੀਂ, ਹੋਰ ਜ਼ਿਆਦੀਆਂ ਬਿਮਾਰੀਆਂ, ਉਲਟਾ ਇਮਿਊਨਿਟੀ ਵੀਕ ਹੋ ਜਾਣੀ। ਅਤੇ ਸਰਕਾਰ ਨੇ ਕੀ ਕੀਤਾ ਹੈ ਵੀ ਜਦੋਂ ਅਸੀਂ ਬਾਹਰ ਜਾਂਦੇ ਹਾਂ, ਤੁਸੀਂ ਹੁਣ ਬਾਹਰ ਜਾਓਗੇ ਤਾਂ ਤੁਹਾਨੂੰ ਰਾਤ ਨੂੰ ਜਿਹੜੇ ਸ਼ਰਾਬ ਦੇ ਠੇਕੇ ਉਹ ਖੁੱਲ੍ਹੇ ਮਿਲਣਗੇ। ਅਤੇ ਕੀ ਹੁੰਦਾ ਆ ਕਿ ਜੇ ਤੁਸੀਂ ਬਾਹਰ ਜਾ ਕੇ, ਜੋ ਮੇਰਾ ਤਜਰਬਾ ਕਹਿੰਦਾ ਕਿ ਜੇ ਤੁਸੀਂ ਬਾਹਰ ਜਾ ਕੇ ਰਾਤ ਨੂੰ ਇਹ ਕਹਿ ਦਿਓ ਨਾ ਵੀ ਮੈਂ ਘਰੇਲੂ ਕੰਮ ਲਈ ਆਇਆ, ਤੁਹਾਡੇ 'ਤੇ ਕੋਈ ਨਾ ਕੋਈ ਇਨਕੁਆਇਰੀ ਹੋਊਗੀ, ਤੁਹਾਡੀ ਚੈਕਿੰਗ ਹੋਊਗੀ। ਜੇ ਤੁਸੀਂ ਇਹ ਕਹਿ ਦਿਓ ਕਿ ਮੈਂ ਸ਼ਰਾਬ ਦੀ ਬੋਤਲ ਲੈਣ ਆਇਆ, ਫਿਰ ਤੁਹਾਨੂੰ ਜਾਣ ਦਿੱਤਾ ਜਾਊਗਾ, ਕਿਉਂਕਿ ਉਹ ਚੀਜ਼ਾਂ ਸਰਕਾਰ ਨੂੰ ਹੁਣ ਕਈ ਵਾਰੀ ਇਹ ਮਨ 'ਚ ਆਉਂਦਾ ਕਿ ਜਿਹੜੇ ਜਿਮ ਬੰਦ ਹੀ ਕਰ ਦੇਣੇ ਚਾਹੀਦੇ ਆ ਅਤੇ ਜਿਹੜੇ ਸ਼ਰਾਬ ਦੀਆਂ ਦੁਕਾਨਾਂ ਉਹ ਜ਼ਿਆਦਾ ਖੁੱਲ੍ਹਣੀਆਂ ਚਾਹੀਦੀਆਂ। ਬਟ ਗਲਤ ਆ ਇਹ ਸਾਰਾ ਕੁਛ। ਬਿਮਾਰੀਆਂ ਨੂੰ ਜੇ ਬਚਾਉਣਾ ਆ, ਅਲਵਿਦਾ ਕਹਿਣਾ ਆ, ਸਾਨੂੰ ਜਿਮ ਲਾਈਨ ਦੇ ਵਿੱਚ ਫੋਕਸ ਕਰਨਾ ਪੈਣਾ। ਅਤੇ ਸਰਕਾਰ ਅੱਗੇ ਅਪੀਲ ਵੀ ਇਹੀ ਹੈ ਕਿ ਜਿਮ ਨੂੰ ਉੱਦਾਂ ਦੀ ਹੀ ਮਹੱਤਤਾ ਦਿੱਤੀ ਜਾਵੇ ਜਿੱਦਾਂ ਦੀ ਇੱਕ ਸਮਾਜ ਨੂੰ ਹੋਰ ਕੰਮਾਂ 'ਚ ਅੱਗੇ ਵਧਾਉਣ ਦੀ ਮਹੱਤਤਾ ਦਿੱਤੀ ਜਾਂਦੀ, ਕਿਉਂਕਿ ਜਿਮ ਤੋਂ ਬਿਨਾਂ ਇਹ ਚੀਜ਼ ਅੱਗੇ ਨਹੀਂ ਆਉਂਦੀ। ਅਤੇ ਕੁਛ ਗੱਲਾਂ ਸਰਕਾਰ ਤੱਕ ਪਹੁੰਚ ਨਹੀਂ ਰਹੀਆਂ। ਅਸੀਂ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਥਰੂ ਕੋਸ਼ਿਸ਼ ਕਰਾਂਗੇ ਕਿ ਜਦੋਂ ਤੱਕ ਜਿਹੜੇ ਵਿੱਚ ਪਰਸਨ ਪਹੁੰਚਾਉਣ ਵਾਲੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਮਹੱਤਤਾ ਕੀ ਆ, ਇੰਪੋਰਟੈਂਸ ਕੀ ਆ। ਹੁਣ ਅਸੀਂ ਇਹ ਤੁਹਾਨੂੰ ਇਮਿਊਨਿਟੀ ਦੀ ਗੱਲ ਦੱਸੀ, ਅਤੇ ਇਮਿਊਨਿਟੀ 200% ਹੈ। ਸਾਇੰਸ ਵੀ ਕਹਿੰਦੀ ਹੈ ਕਿ ਜਿਮ ਜਾਣ ਨਾਲ ਹੀ ਤੁਹਾਡਾ ਜਦੋਂ ਸਰੀਰ ਟੁੱਟਦਾ ਆ, ਉਹ ਪੁਰਾਣੇ ਸੈੱਲ ਟੁੱਟਦੇ, ਨਵੇਂ ਬਣਦੇ ਆ, ਉਹ ਇਮਿਊਨਿਟੀ ਸਟਰੋਂਗ ਕਰਦੇ ਆ। ਅਤੇ ਸਾਡੀ ਸਰਕਾਰ ਅੱਗੇ ਇਹ ਅਪੀਲ ਹੈ ਕਿ ਜਿਮ ਨੂੰ ਇੱਕ ਜਿੱਦਾਂ ਅਸੀਂ ਖਾਣਾ ਖਾਂਦੇ ਹਾਂ, ਸੌਂਦੇ ਹਾਂ, ਉੱਠਦੇ ਹਾਂ, ਬਹਿੰਦੇ ਹਾਂ, ਇੱਦਾਂ ਹੀ ਉਸ ਚੀਜ਼ ਨੂੰ ਲਾਗੂ ਕਰ ਦਿੱਤਾ ਜਾਵੇ। ਇੱਥੇ ਬਿਮਾਰੀਆਂ ਆਉਂਦੀਆਂ ਨਹੀਂ, ਇੱਥੋਂ ਬਿਮਾਰੀਆਂ ਜਾਂਦੇ। ਮੇਰੇ ਕੋਲ ਇੱਦਾਂ ਦੀਆਂ ਐਗਜ਼ਾਮਪਲਾਂ ਹੈ ਜਿਹੜੇ ਬੰਦੇ ਜਿਮ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ ਸੀ, ਜਿਨ੍ਹਾਂ ਨੂੰ ਡਾਇਬਟੀਜ਼ ਸੀਗੀ, ਕੈਲਸਟਰੋਲ ਲੈਵਲ ਵੱਧ ਸੀ, ਹਾਰਟ ਅਟੈਕ ਤੱਕ ਦੀਆਂ ਪ੍ਰੋਬਲਮ ਆਈਆਂ, ਖੂਨ ਗਾੜਾ ਹੋ ਜਾਂਦਾ, ਉਹਨਾਂ ਦੇ ਖੂਨ ਤੱਕ ਪਤਲੇ ਹੋ ਜਾਂਦੇ ਆ। ਅਤੇ ਫਿਰ ਉਹ ਜਿਮ ਨਹੀਂ ਕੀਤੇ, ਐਕਸਰਸਾਈਜ਼ ਨਹੀਂ ਕੀਤੇ, ਅਤੇ ਜਿਹੜੇ ਹੋਰ ਚੀਜ਼ਾਂ ਆ ਉਹਨਾਂ ਨੂੰ ਨੱਥ ਚਾਹੇ ਪਾ ਲਓ, ਬਟ ਜਿਮ ਨੂੰ ਜਿਹੜਾ ਆ ਉਹ ਓਪਨ ਕਰਨ ਦੀ ਅਪੀਲ ਹੀ ਆ ਸਾਰਿਆਂ ਨੂੰ। ਇੱਕ ਭਾਜੀ ਹੋਰ ਇਹ ਗੱਲ ਆਪਾਂ ਸੁਣਦੇ ਵੀ ਹੈ, ਬੇਸ਼ੱਕ ਸਵਾਲ ਥੋੜ੍ਹਾ ਗੰਭੀਰ ਹੈ ਔਰ ਗੰਭੀਰ ਮੁੱਦਾ ਵੀ ਹੈ ਅੱਜ ਦੀ ਡੇਟ ਦੇ ਵਿੱਚ। ਇੰਪੋਰਟੈਂਟ ਕਹਿੰਦੇ ਸਟੀਰੋਇਡ ਖਾਂਦੇ ਹੈ, ਉਹਦੇ ਨਾਲ ਨਾਮਰਦਗੀ ਵੀ ਬੰਦੇ ਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ, ਕਿਉਂਕਿ ਦੱਸਿਆ ਤੁਸੀਂ ਵੀ ਬਿਮਾਰੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ। ਪਰ ਆਪਾਂ ਕਈ ਪਲੇਅਰਸ ਦੇਖਦੇ ਹਾਂ ਜਾਂ ਜਿਮਿੰਗ ਲਾਈਨ ਦੇ ਵਿੱਚ ਵੀ ਦੇਖਦੇ ਹਾਂ, ਤਾਂ ਉਹਨਾਂ ਦੀ ਲਾਈਫ ਦੇ ਵਿੱਚ ਵੀ ਕੁਝ ਨਾ ਕੁਝ ਕਿਤੇ ਨਾ ਕਿਤੇ ਇੱਦਾਂ ਦੀ ਪ੍ਰੋਬਲਮਸ ਆਉਂਦੀਆਂ ਨੇ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਸਕਦੇ ਹੋ? ਦੇਖੋ, ਸਭ ਤੋਂ ਪਹਿਲਾਂ ਸਟੀਰੋਇਡ ਜਿਹੜੇ ਹੈਗੇ ਉਹ ਸਾਡੇ ਸਮਾਜ 'ਚ ਸਪਲੀਮੈਂਟ ਨੂੰ ਸਟੀਰੋਇਡ ਕਿਹਾ ਜਾਂਦਾ। ਸਟੀਰੋਇਡ ਜਿਹੜੇ ਆ ਉਹ ਸਪਲੀਮੈਂਟ ਅਤੇ ਸਟੀਰੋਇਡ ਦੋ ਅਲੱਗ ਚੀਜ਼ਾਂ। ਜਿਹੜੇ ਸਪਲੀਮੈਂਟ ਆ ਉਹ ਇੰਡੀਅਨ ਗੌਰਮੈਂਟ ਇੱਕ ਉਹਨਾਂ ਨੂੰ ਲਾਇਸੈਂਸ ਦਿੱਤਾ, ਇਹ FSSAI ਇੱਕ ਫੂਡ ਡਿਪਾਰਟਮੈਂਟ ਹੈ, ਜਿਹੜਾ ਲਾਇਸੈਂਸ ਸਾਡੇ ਖਾਣ ਵਾਲੀਆਂ ਜਗ੍ਹਾ 'ਤੇ ਲਾਗੂ ਹੁੰਦਾ, ਰੈਸਟੋਰੈਂਟ, ਹੋਟਲ 'ਚ, ਢਾਬਿਆਂ 'ਚ ਲਾਗੂ ਹੁੰਦਾ, ਉਹ ਹੀ ਇਹਨਾਂ 'ਤੇ ਲਾਗੂ ਹੁੰਦਾ। ਸਪਲੀਮੈਂਟ ਨੂੰ ਮੈਂ ਕਲੀਅਰ ਕਰਨਾ ਚਾਹੂੰਗਾ, ਸਪਲੀਮੈਂਟ ਜਿਹੜੇ ਜੈਨੂਅਨ ਆ ਉਹ ਸਾਡੀ ਹੀ ਡਾਈਟ ਦਾ ਪਾਰਟ ਆ। ਸਾਡੀ ਡਾਈਟ 'ਚ ਜਿਹੜਾ ਪ੍ਰੋਟੀਨ ਸੋਰਸ ਮਿਲਦਾ ਉਹ ਅਸੀਂ ਈਜ਼ੀਲੀ ਨਹੀਂ ਲੈ ਪਾਉਂਦੇ, ਇਸ ਲਈ ਸਾਨੂੰ ਸਪਲੀਮੈਂਟ ਤੋਂ ਲੈਣਾ ਬੈਨੀਫੀਸ਼ੀਅਲ ਆ। ਮੇਰੇ ਕੋਲ ਸਮਾਂ ਨਹੀਂ ਤਾਂ ਮੈਂ ਸਪਲੀਮੈਂਟ ਖਾ ਸਕਦਾ, ਮੇਰੀ ਬੋਡੀ ਨੂੰ ਡਾਈਟ ਤੋਂ ਨਹੀਂ ਪੂਰਾ ਕੁਝ ਹੋ ਰਿਹਾ ਤਾਂ ਮੈਂ ਸਪਲੀਮੈਂਟ ਤੋਂ ਲੈ ਸਕਦਾ। ਬਟ ਸਪਲੀਮੈਂਟ ਸਟੀਰੋਇਡ ਨਹੀਂ ਹੈਗੇ ਜੇ ਉਹ ਜੈਨੂਅਨ ਆ, ਸਹੀ ਆ, ਕੋਈ ਵੀ ਵੇ ਪ੍ਰੋਟੀਨ ਆ, BCA, ਗਲੂਟਾਮਾਈਨ, ਕੋਈ ਵੀ ਆ। ਅਤੇ ਜਿਹੜੇ ਹੁਣ ਸਟੀਰੋਇਡ ਆ ਗਏ, ਸਟੀਰੋਇਡ ਜਿਹੜੇ ਹੈਗੇ ਉਹ ਬੱਚੇ, ਜਿੱਦਾਂ ਤੁਸੀਂ ਪਹਿਲਾ ਕੁਐਸਚਨ ਕੀਤਾ ਕਿ ਪਹਿਲੇ ਦਿਨ ਹੀ ਉਹਨਾਂ ਨੂੰ ਦੇ ਦਿੱਤਾ ਜਾਂਦਾ।
ਤੇ ਉਹ ਸਰਾਸਰ ਗਲਤ ਆ। ਉਹਨਾਂ ਦਾ ਨੁਕਸਾਨ ਹੈਗਾ, ਉਹਨਾਂ ਨਾਲ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ, ਸੈਕਸੁਅਲ ਪ੍ਰੋਬਲਮ ਵੀ ਆਉਂਦੀਆਂ ਆ, ਈਵਨ ਲੀਵਰ ਕਿਡਨੀ ਦੀਆਂ ਪ੍ਰੋਬਲਮ ਵੀ ਆ ਜਾਂਦੀਆਂ। ਬੱਚੇ ਕਈ ਵਾਰੀ ਕਿਸੇ ਨਾ ਕਿਸੇ ਅੰਗ ਤੋਂ ਸਦਾ ਲਈ ਨਕਾਰਾ ਵੀ ਹੋ ਸਕਦੇ ਆ। ਬਟ ਉਹਨਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਤਾਂ ਸਲਾਹ, ਕੋਈ ਸਾਡੇ ਕੋਲ ਬੱਚੇ ਹੁੰਦੇ ਅਸੀਂ ਕਹਿੰਦੇ ਕਿ ਤੁਸੀਂ ਉਹ ਚੀਜ਼ ਕਰਨੀ ਨਹੀਂ, ਨਾ ਅਸੀਂ ਸਲਾਹ ਦੇ ਸਕਦੇ। ਬਟ ਜੇ ਅਸੀਂ ਸਾਇੰਸ ਦੇ ਲਹਿਜੇ ਨਾਲ ਗੱਲ ਕਰੀਏ ਤਾਂ ਕੀ ਗੱਲ ਬਣਦੀ ਆ ਕਿ ਤੁਹਾਨੂੰ ਤੁਹਾਡੀ ਬੋਡੀ ਦੇ ਪਹਿਲਾਂ ਬਲੱਡ ਟੈਸਟ ਲੈਣੇ ਚਾਹੀਦੇ, ਕਿਉਂਕਿ ਅੱਜ ਕੱਲ੍ਹ ਜਿਹੜਾ ਖੂਨ ਗਾੜਾ ਹੋਣਾ, ਕੋਲੇਸਟ੍ਰੋਲ ਵਧਣਾ, SGOT OTPT ਲੀਵਰ ਦਾ ਫੈਟੀ ਹੋਣਾ, ਕਿਡਨੀਆਂ 'ਚ ਕ੍ਰੀਟੀਨਾਈਨ ਵਧਣਾ, ਯੂਰਿਕ ਐਸਿਡ ਵਧਣਾ, ਉਹ ਵੈਸੇ ਵੱਧਦਾ। ਅਤੇ ਜਿਹੜੇ ਸਟੀਰੋਇਡ ਆ ਇਹ ਵੀ ਇੱਕ ਤਰ੍ਹਾਂ ਦਾ ਆਰਟੀਫਿਸ਼ੀਅਲ ਮਟੀਰੀਅਲ ਹੀ ਆ, ਕੈਮੀਕਲ ਆ, ਜੋ ਅਸੀਂ ਖਾਂਦੇ ਆ ਉਹ ਵੀ ਵਧਾਉਂਦੇ ਆ। ਖਾਣ ਵਾਲੇ ਪ੍ਰੋਡਕਟ ਜਿਸ ਤਰ੍ਹਾਂ ਹੋਏ ਕੋਈ ਪੀਜ਼ਾ ਬਰਗਰ ਜੀ, ਉਹ ਆਰਟੀਫਿਸ਼ੀਅਲ ਆ, ਇਹ ਵੀ ਆਰਟੀਫਿਸ਼ੀਅਲ ਆ, ਇਹ ਵੀ ਆਪਣਾ ਵੇਸਟ ਛੱਡ ਕੇ ਜਾਂਦੇ ਆ। ਇਹਨਾਂ ਨਾਲ ਕਈ ਸਟੀਰੋਇਡ ਯੂਜ਼ ਕਰਨਾ ਇਮਿਊਨਿਟੀ ਵੀ ਲੋ ਹੁੰਦੀ ਆ, ਸਾਡੇ ਸਪਾਮ ਕਾਊਂਟ ਜਿਹੜੀ ਆਦਮੀ ਵਿੱਚ ਬੱਚਾ ਬਣਾਉਣ ਦੀ ਕਸ਼ਮਤਾ ਆ ਉਹ ਘਟਦੀ ਆ, ਅਤੇ ਉਹ ਸਦਾ ਲਈ ਵੀ ਘਟ ਸਕਦੀ। ਮੇਰੀ ਪਰਸਨਲੀ ਇਹੀ ਰਾਏ ਆ ਕਿ ਜਦੋਂ ਤੁਸੀਂ ਇਹ ਚੀਜ਼ ਕਰਨੀ ਆ ਉਹ ਕਿਸੇ ਡਾਕਟਰ ਦੇ ਅੰਡਰ ਜਾਓ, ਆਪਣੇ ਬਲੱਡ ਟੈਸਟ ਕਰਵਾਓ, ਫਿਰ ਉਹ ਚੀਜ਼ ਕਰੋ। ਤਾਂ ਆਮ ਜਿਮ ਜਿਹੜੇ ਆ ਉਹਨਾਂ 'ਚ ਇਹਨਾਂ ਨੂੰ ਮਨਾਹੀ ਆ, ਬਿਲਕੁਲ ਬੈਨ ਆ, ਸਰਕਾਰ ਵੱਲੋਂ ਬੈਨ ਆ। ਅਸੀਂ ਉਹਦੇ ਬਿਲਕੁਲ ਹੱਕ 'ਚ ਆ ਕਿ ਉਹ ਚੀਜ਼ ਬੈਨ ਆ, ਤਾਂ ਅਸੀਂ ਆਪਣੇ ਬੱਚਿਆਂ ਨੂੰ ਉਸ ਚੀਜ਼ ਦੀ ਸਲਾਹ ਨਹੀਂ ਦਿੰਦੇ। ਤੁਹਾਡੇ ਬਲੱਡ ਟੈਸਟ ਸਹੀ ਆ, ਤੁਹਾਡੀਆਂ ਲੀਵਰ ਸਹੀ ਆ, ਕਿਡਨੀਆਂ ਸਹੀ ਆ, ਫਿਰ ਇਹ ਚੀਜ਼ ਕਰੋ, ਤੁਹਾਨੂੰ ਫਿਰ ਇਸ ਚੀਜ਼ ਦਾ ਜਿਹੜਾ ਉਹ ਨੁਕਸਾਨ ਹੋਣ ਦੇ ਚਾਂਸਸ ਘੱਟ ਆ। ਬਟ ਫਿਰ ਵੀ ਇੱਕ ਲਿਮਿਟ 'ਚ ਰਹਿ ਕੇ, ਕਿਸੇ ਗਾਈਡੈਂਸ ਦੇ ਅੰਡਰ, ਕਿਸੇ ਡਾਕਟਰ ਦੇ ਅੰਡਰ ਰਹਿ ਕੇ। ਪਰ ਸਰਕਾਰ ਦੇ ਜਿੰਨੀਆਂ ਇਹ ਲਾਅ ਬਣੇ ਹੋਏ ਇਹਨਾਂ 'ਤੇ ਕਿ ਇਹ ਚੀਜ਼ਾਂ ਇਲੀਗਲ ਆ, ਉਹਨਾਂ ਦੀ ਮਨਾਹੀ ਆ। ਡਾਕਟਰ ਇਹ ਚੀਜ਼ਾਂ ਰੱਖ ਸਕਦਾ, ਉਹ ਦੱਸ ਸਕਦਾ, ਕੈਮਿਸਟ ਸ਼ੋਪ ਵਾਲਾ ਦੱਸ ਸਕਦਾ, ਉਹਨਾਂ ਕੋਲ ਲਾਇਸੈਂਸ ਆ। ਹੁਣ ਜੇ ਕੋਈ ਜਿਮ 'ਚ ਦੇ ਰਿਹਾ ਆ ਜਾਂ ਕੋਈ ਟ੍ਰੇਨਰ ਸੁਜੈਸਟ ਕਰ ਰਿਹਾ, ਉਹ ਗਲਤ ਆ। ਅਤੇ ਬਹੁਤ ਸਾਰੇ ਲੋਕ ਇੱਦਾਂ ਦੇ ਕਰਦੇ ਆ, ਅਤੇ ਉਹ ਆਪਣੇ ਕੁਛ ਫਾਇਦੇ ਲਈ ਕਿਸੇ ਦਾ ਨੁਕਸਾਨ ਕਰ ਦਿੰਦੇ, ਕੁਛ ਚੰਦ ਰੁਪਈਆਂ ਲਈ। ਉਹ ਚੀਜ਼ਾਂ ਸਾਰੀਆਂ ਗਲਤ ਆ। ਉਦੋਂ ਹੀ ਸਾਨੂੰ ਨੁਕਸਾਨ ਹੁੰਦਾ ਜਦੋਂ ਅਸੀਂ, ਕੀ ਹੁੰਦਾ ਆ, ਜਿਮ 'ਚ ਇੱਕ ਬੱਚਾ ਨਵਾਂ ਆਇਆ, ਉਹਨੇ ਕਿਸੇ ਦੀ ਬੋਡੀ ਦੇਖੀ, ਭਾਅ ਜੀ ਮੈਂ 20 ਇੰਚ ਦੀ ਬਾਂਹ ਕਰਨੀ, ਮੈਂ 18 ਇੰਚ ਦੀ ਬਾਂਹ ਕਰਨੀ, ਪਰ ਉਹਨੂੰ ਇਹ ਨਹੀਂ ਪਤਾ ਕਿ ਉਹਦੇ ਪਿੱਛੇ ਕਿੰਨਾ ਸਮਾਂ ਲੱਗਾ। ਅਤੇ ਜਿਹੜਾ ਉਹਦੇ ਸਾਹਮਣੇ ਦੱਸਣ ਵਾਲਾ ਬੰਦਾ ਬੈਠਾ, ਉਹ ਕਹਿੰਦਾ ਠੀਕ ਆ, ਤੂੰ ਆਹ ਚੀਜ਼ ਖਾ, ਆਹ ਚੀਜ਼ ਲਾ, ਤੇਰੀ ਬੋਡੀ ਬਣ ਜੂਗੀ। ਮਹੀਨੇ 'ਚ ਬੋਡੀ ਕਿੱਥੋਂ ਬਣਾ ਦੋਗੇ? ਜੇ ਕੋਈ ਬੰਦਾ ਕਹਿੰਦਾ ਹੈ ਵੀ ਇੱਦਾਂ ਦਾ ਮੈਂ ਉਹਨੂੰ ਇੱਕ ਸਲਾਹ ਦੇ ਦਿੰਦਾ ਕਿ ਜੇ ਕੋਈ ਇਹ ਸੋਚਦਾ ਹੈ ਕਿ ਸਟੀਰੋਇਡ ਖਾਣ ਨਾਲ ਬੋਡੀ ਬਣ ਜਾਂਦੀ, ਤਾਂ ਉਹਦਾ ਖਰਚਾ ਮੈਂ ਦੇ ਦਿੰਦਾ, ਉਹ ਬੋਡੀ ਬਣਾ ਕੇ ਦਿਖਾ ਦੇ। ਨਹੀਂ ਬਣ ਸਕਦੀ, ਕਿਉਂਕਿ ਇੱਕ ਬੋਡੀ ਬਿਲਡਰ ਆ, ਉਹਨੂੰ ਪ੍ਰੋਫੈਸ਼ਨਲ ਲੈਵਲ ਤੱਕ ਪਹੁੰਚਣ ਨੂੰ 10 ਤੋਂ 15 ਸਾਲਾਂ ਦਾ ਸਮਾਂ ਫਿਰ ਕਿਉਂ ਲੱਗਦਾ? ਉਹਨੂੰ ਤਾਂ ਸਾਰਾ ਕੁਛ ਪਤਾ ਹੁੰਦਾ। ਮੈਂ ਪਹਿਲਾਂ ਵੀ ਗੱਲ ਕੀਤੀ, ਡਾਕਟਰ ਨੂੰ ਵੀ ਸਾਰਾ ਕੁਛ ਪਤਾ ਹੁੰਦਾ। ਉਹ ਬੋਡੀ ਕਿਉਂ ਨਹੀਂ ਬਣਾ ਪਾਉਂਦੇ? ਕਿਉਂਕਿ ਹਾਰਡ ਵਰਕ ਆ। ਸੋ ਜੇ ਤਾਂ ਇਹਨਾਂ ਦੇ ਨੁਕਸਾਨ ਤੋਂ ਬਚਣਾ, ਕਿਉਂਕਿ ਹਰ ਚੀਜ਼ ਦਾ ਨੈਗੇਟਿਵ ਪੋਜ਼ੀਟਿਵ ਹੈਗਾ, ਆਪਾਂ ਇਹ ਨਹੀਂ ਕਹਿੰਦੇ ਉਹ ਚੀਜ਼ ਦਾ ਪਰ ਉਹਨੂੰ ਇੱਕ ਬੈਲੈਂਸ ਲੈ ਕੇ ਚੱਲੋ ਡਾਕਟਰ ਦੇ ਅੰਡਰ। ਪਰ ਜਿਮ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਦੀ ਮਨਾਹੀ ਆ। ਕੋਈ ਚੀਜ਼ ਯੂਜ਼ ਕਰ ਰਿਹਾ, ਉਹ ਗਲਤ ਆ, ਕਰਵਾ ਰਿਹਾ ਗਲਤ ਆ, ਡਾਕਟਰ ਕਰ ਸਕਦਾ, ਉਹਨੂੰ ਬਲੱਡ ਟੈਸਟ ਦੇ ਨਾਲ ਕਰੋ। ਅਤੇ ਜਿਹੜੇ ਸਾਈਡ ਇਫੈਕਟ ਆ ਉਹ ਆਉਣੇ ਲਾਜ਼ਮੀ ਉਦੋਂ ਹੀ ਹੋ ਜਾਂਦੇ ਜਦੋਂ ਤੁਸੀਂ ਅਣਗਹਿਲੀ, ਬੇਫਿਕਰੇ ਹੋ ਕੇ ਕਿਸੇ ਵੀ ਚੱਲਦੇ। ਕਹਿੰਦੇ ਕਿ ਸਾਨੂੰ ਰੂਟੀਨ ਵਿੱਚ ਹਮੇਸ਼ਾ ਇਨਸਾਨ ਆ, ਕਹਿੰਦੇ ਕਿ ਉਹ ਜੇ ਚੰਗੇ ਕਰਮ ਵੀ ਕਰਦਾ ਨਾ, ਉਹਨੂੰ ਇਹ ਵੀ ਸੋਚ ਕੇ ਚੱਲਣਾ ਚਾਹੀਦਾ, ਮੈਂ ਚੰਗੇ ਕਰਮ ਇੰਨੇ ਵੀ ਨਹੀਂ ਕਰਤੇ ਕਿ ਮੈਂ ਰੱਬ ਬਣ ਗਿਆ, ਮੈਨੂੰ ਫੇਰ ਵੀ ਕਿਤੋਂ ਨੁਕਸਾਨ ਹੋ ਸਕਦਾ। ਤੁਹਾਨੂੰ ਹਰ ਟਾਈਮ ਇੱਕ ਕਹਿ ਲਓ ਕਿ ਸੋਚ ਸਮਝ ਕੇ ਆਪਣਾ ਪੈਰ, ਜਿਹੜਾ ਆਪਣਾ ਸਟੈਪ ਆ, ਪੱਟਣਾ ਪੈਣਾ ਵੀ ਜੇ ਮੈਂ ਚੰਗਾ ਵੀ ਹਾਂ ਤਾਂ ਵੀ ਮੇਰੇ ਨਾਲ ਕਿਤੇ ਨਾ ਕਿਤੇ ਗਲਤ ਹੋ ਸਕਦਾ, ਕਿਉਂਕਿ ਤੁਹਾਡਾ ਪਤਾ ਨਹੀਂ ਕਿੱਦਾਂ ਦਾ ਕਿਰਦਾਰ ਆ, ਕੀ ਹੈਗਾ ਸਮਾਜ 'ਚ। ਅਣਗਹਿਲੀ ਨਾ ਵਰਤੋ, ਬੇਧਿਆਨੇ ਹੋ ਕੇ ਨਾ ਚੱਲੋ, ਕਿਉਂਕਿ ਤੁਹਾਡੇ ਖਿਆਲਾਂ ਦੀ ਦੁਨੀਆ ਬੜੀ ਵੱਡੀ ਹੁੰਦੀ ਆ, ਪਰ ਉਹ ਖਿਆਲਾਂ ਦੀ ਦੁਨੀਆ ਨੂੰ ਬੇਕਾਬੂ ਨਾ ਹੋਣ ਦਿਓ। ਆਪਣੀਆਂ ਜਿਹੜੀਆਂ ਗਿਆਨ ਇੰਦਰੀਆਂ ਉੱਤੇ ਕੰਟਰੋਲ ਰੱਖ ਕੇ ਸਟੈਪ ਬਾਏ ਸਟੈਪ ਚੱਲੋ। ਡਾਈਟ 'ਤੇ ਫੋਕਸ ਕਰੋ, ਐਕਸਰਸਾਈਜ਼ 'ਤੇ ਫੋਕਸ ਕਰੋ, ਦੈਨ ਇਹ ਚੀਜ਼ਾਂ ਪ੍ਰੋਫੈਸ਼ਨਲ ਲੈਵਲ 'ਤੇ ਕਈ ਸਾਲਾਂ ਬਾਅਦ ਆਉਂਦੀਆਂ। ਗੱਲਬਾਤ ਕਰਨ ਲਈ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਬਹੁਤ ਵਧੀਆ ਲੱਗਾ। ਬਹੁਤ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ, ਬਹੁਤ ਸਾਰੀਆਂ ਸਾਡੀਆਂ ਭੈਣਾਂ ਵੀ ਜਿਮਿੰਗ ਲਾਈਨ ਦੇ ਵਿੱਚ ਨੇ, ਤਾਂ ਉਹਨਾਂ ਵਾਸਤੇ ਵੀ ਬਹੁਤ ਵਧੀਆ ਵਧੀਆ ਟਿਪਸ ਨੇ ਔਰ ਵੱਡੀਆਂ ਗੱਲਾਂ ਦੱਸੀਆਂ ਨੇ ਵੀ ਸਟੀਰੋਇਡ ਜਿਹੜੇ ਆਪਾਂ ਇੱਕ ਸ਼ਾਰਟਕਟ ਮੈਥਡ ਅਪਣਾਉਂਦੇ ਆ ਵੀ ਅਸੀਂ ਇਹਨਾਂ ਚੀਜ਼ਾਂ ਨੂੰ, ਬੇਸ਼ੱਕ ਸਰਕਾਰ ਨੇ ਬੈਨ ਕੀਤਾ ਹੋਇਆ, ਪਰ ਫਿਰ ਵੀ ਕੁਝ ਲੋਕ ਇੱਦਾਂ ਦੇ ਨੇ ਜੋ ਨਿੱਜੀ ਮੁਫਾਦਾਂ ਦੇ ਲਈ, ਕੋਈ ਚੰਦ ਪੈਸੇ ਦੇ ਲਾਲਚ ਦੇ ਵਿੱਚ ਅਜਿਹੀਆਂ ਚੀਜ਼ਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਪਰੋਸ ਰਹੀਆਂ ਨੇ, ਤਾਂ ਉਸ ਦਾ ਨੁਕਸਾਨ ਸਾਡੀ ਜਾਨ ਤੱਕ ਵੀ ਜਿਹੜੀ ਹੈ ਉਹਦੇ ਵਿੱਚ ਜਾ ਸਕਦੀ ਹੈ। ਤੁਸੀਂ ਜਿਹੜੇ ਸੈਕਸ਼ੁਅਲੀ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਨੇ, ਤੁਹਾਡੀਆਂ ਕਿਡਨੀਜ਼ ਨੂੰ ਪ੍ਰੋਬਲਮ ਆ ਸਕਦੀਆਂ ਨੇ, ਤੁਹਾਡੇ ਹਾਰਟ ਨੂੰ ਪ੍ਰੋਬਲਮ ਆ ਸਕਦੀ ਹੈ। ਤਾਂ ਬਹੁਤ ਸਾਰੇ ਟਿਪਸ ਤੁਹਾਨੂੰ ਦਿੱਤੇ ਨੇ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਵੈਜੀਟੇਰੀਅਨ ਡਾਈਟ ਲੈ ਕੇ, ਜਾਂ ਨੋਨ ਵੈਜ ਦੀ ਗੱਲ ਕਰ ਲਈਏ ਤਾਂ ਉਸ ਡਾਈਟ ਨੂੰ ਕਿਸ ਤਰੀਕੇ ਦੇ ਨਾਲ ਲਓਗੇ, ਔਰ ਕਿਸ ਤਰੀਕੇ ਦੇ ਨਾਲ ਤੁਹਾਡੀ ਬਾਡੀ ਜਿਹੜੀ ਹੈ ਉਹ ਦਿਨ ਬ ਦਿਨ ਗਰੋ ਕਰਕੇ ਤੁਸੀਂ ਇੱਕ ਅੱਛੇ ਔਰ ਕਾਮਯਾਬ ਬਾਡੀ ਬਿਲਡਰ ਬਣ ਸਕਦੇ ਹੋ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਕਪੂਰਥਲਾ।